गुड मॉर्निंग स्टूडेंट्स। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਰਸੈਂਟੇਜ ਦੇ ਨਾਲ ਰਿਲੇਟਡ ਕੁਐਸਚਨ ਦੀ। ਸੋ ਸਭ ਤੋਂ ਪਹਿਲਾਂ ਜੋ ਕੁਐਸਚਨ ਆਪਾਂ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਦੈਟ ਇਜ਼ ਅਬਾਊਟ ਪਰਸੈਂਟੇਜ। ਤਾਂ ਜਿੰਨੇ ਵੀ ਕੁਐਸਚਨ ਅੱਜ ਆਪਾਂ ਕਰਾਂਗੇ ਉਹ ਪਰਸੈਂਟੇਜ ਦੇ ਨਾਲ ਇਸ ਵੀਡੀਓ ਦੇ ਵਿੱਚ ਰਿਲੇਟਡ ਹੋਣਗੇ, ਮਤਲਬ ਪਰਸੈਂਟੇਜ ਦਾ ਉਸ ਦੇ ਵਿੱਚ ਕਨਸੈਪਟ ਲੱਗੇਗਾ ਈਜ਼ੀਲੀ। ਸੋ ਫਸਟ ਕੁਐਸਚਨ ਦੈਟ ਇਜ਼ ਔਨ ਸਕਰੀਨ ਇਜ਼ ਵੀਨਾ ਬੋਟ ਅ ਵਾਚ costing 1404 rupees including sales tax at 8%। तो ਜਿਹੜੀ ਆਪਣੀ ਇਹ ਵਾਚ ਹੈ ਵੀਨਾ ਨੇ ਖਰੀਦੀ ਹੈ ਉਹ ਕਿੰਨੇ ਦੀ ਹੈ 1404 ਰੁਪਏ ਦੀ, ਤੇ ਇਸ ਦੇ ਵਿੱਚ ਕੀ ਹੈ 8% ਟੈਕਸ ਵੀ ਹੈ। ਦੈਟ ਮੀਨਸ ਇਸ ਦੇ ਵਿੱਚ ਕੀ ਹੈ, ਪਹਿਲਾਂ ਤਾਂ ਇਸ ਦੇ ਵਿੱਚ 100% ਇਸ ਦੀ ਅਮਾਊਂਟ ਹੋਏਗੀ। 100% ਦੇ ਉੱਪਰ ਮਤਲਬ 100% ਆਪਾਂ ਇੱਦਾਂ ਮੰਨ ਲੈਂਦੇ ਹਾਂ ਕਿ 100% ਐਕਸ ਅਮਾਊਂਟ ਹੈ ਅਤੇ ਉਸ ਦੇ ਉੱਪਰ ਕੀ ਹੈ 8% ਟੈਕਸ ਹੈ। ਸੋ ਇਸ ਨੂੰ ਇੱਦਾਂ ਲਿਖ ਸਕਦੇ ਹਾਂ ਕਿ 8% ਦਾ ਮਤਲਬ 8/100। ਸੋ 8/100 ਕੀ ਹੈ, ਇਸ ਦੇ ਵਿੱਚ ਇੰਨੇ ਪਰਸੈਂਟ 8% ਕੀ ਹੈ ਟੈਕਸ ਹੈ। ਸੋ ਇੱਥੋਂ ਮੇਰੇ ਖਿਆਲ ਨਾਲ ਇੰਨੀ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੈ। ਇਸ ਨੂੰ ਅੱਗੇ ਫਰਦਰ ਆਪਾਂ ਸੋਲਵ ਕਰਦੇ ਹਾਂ। ਤਾਂ ਜਦੋਂ ਇਸ ਨੂੰ ਸੋਲਵ ਕਰਾਂਗੇ ਤਾਂ ਪਹਿਲਾਂ ਤਾਂ ਇਹ ਚੀਜ਼ ਕਲੀਅਰ ਕਰ ਲੈਣੀ ਹੈ ਕਿ ਉਸ ਤੋਂ ਪੁੱਛਿਆ ਕੀ ਹੈ। ਉਸਨੇ ਪੁੱਛਿਆ ਅੱਗੇ ਸ਼ੀ ਆਸਕਡ ਦਾ ਸ਼ੌਪਕੀਪਰ, ਉਸਨੇ ਕੀ ਕਿਹਾ ਸ਼ੌਪਕੀਪਰ ਨੂੰ ਟੂ ਰਿਡਿਊਸ ਦਾ ਪ੍ਰਾਈਸ ਆਫ ਵਾਚ ਸੋ ਦੈਟ ਸ਼ੀ ਕੈਨ ਸੇਵ ਦਾ ਅਮਾਊਂਟ ਇਕੁਅਲ ਟੂ ਦਾ ਟੈਕਸ। ਤਾਂ ਜਿੰਨਾ ਟੈਕਸ ਲੱਗਿਆ ਹੋਇਆ ਹੈ, ਮਤਲਬ ਜਿਹੜੀ ਇਹ ਅਮਾਊਂਟ ਹੈ ਉੱਪਰ ਵਾਲੀ 8%, ਉਹਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਆਪਣੀ ਜੋ ਪ੍ਰਾਈਸ ਹੈ ਉਸਨੂੰ ਰਿਡਿਊਸ ਕਰ ਲਏ ਤਾਂ ਕਿ ਉਹ ਜਿਹੜੀ ਅਮਾਊਂਟ ਐਕਸਟਰਾ ਦੇ ਰਹੀ ਹੈ ਟੈਕਸ ਦੀ ਫੋਰਮ ਦੇ ਵਿੱਚ, ਜਿੱਦਾਂ ਮੰਨ ਲਓ ਤੁਹਾਨੂੰ ਮੈਂ ਦੱਸਦਾ, ਮੰਨ ਲਓ ਆਪਾਂ 100 ਰੁਪਏ ਦੀ ਬੁੱਕ ਲੈਂਦੇ ਹਾਂ, ਠੀਕ ਹੈ, ਉਸਦੇ ਉੱਪਰ ਮੰਨ ਲਓ 10% ਟੈਕਸ ਲੱਗ ਗਿਆ। 100 ਰੁਪਏ ਦੀ ਬੁੱਕ 10% ਟੈਕਸ ਲੱਗਣ ਤੋਂ ਬਾਅਦ 110 ਦੀ ਹੋ ਗਈ। 10% ਦਾ ਮਤਲਬ 100 ਦੇ ਉੱਪਰ 10% ਲੱਗੇਗਾ। ਸੋ ਜਦੋਂ 100 ਦੇ ਉੱਪਰ 10% ਲੱਗੇਗਾ ਤਾਂ ਉਹ ਕੋਸਟ ਕਿੰਨੀ ਹੋ ਜਾਏਗੀ ਬੁੱਕ ਦੀ 110। ਹੁਣ ਮੰਨ ਲਓ ਮੈਂ ਸ਼ੌਪਕੀਪਰ ਨੂੰ ਕਿਹਾ ਕਿ ਉਹ ਜੋ ਹੈ ਉਹ ਟੈਕਸ ਵਾਲੀ ਅਮਾਊਂਟ ਹਟਾ ਦੇਵੇ, ਮਤਲਬ ਉਹ 10 ਰੁਪਏ ਹਟਾ ਦੇਵੇ ਐਕਸਟਰਾ। ਸੋ ਇਸੇ ਤਰੀਕੇ ਨਾਲ ਇਸ ਕੁਐਸਚਨ ਦੇ ਵਿੱਚ ਕੀ ਹੈ, ਆਪਾਂ ਨੂੰ ਕੋਸਟ ਨਹੀਂ ਪਤਾ, ਆਪਾਂ ਕੱਢਾਂਗੇ ਉਸ ਕੋਸਟ ਨੂੰ, ਬਟ ਜਿਹੜੇ ਇਹ 1404 ਰੁਪਏ ਦਿੱਤੇ ਹੋਏ ਨੇ ਇਸ ਦੇ ਵਿੱਚ ਪੂਰੀ 100% ਅਮਾਊਂਟ ਵੀ ਹੈ ਅਤੇ 8% ਟੈਕਸ ਵਾਲੀ ਅਮਾਊਂਟ ਵੀ ਹੈ। ਸੋ ਸੋਲਵ ਕਰਦੇ ਹਾਂ ਕੁਐਸਚਨ। ਕਿੱਦਾਂ ਸੋਲਵ ਕਰਾਂਗੇ, ਹੁਣ ਇਸ ਕੁਐਸਚਨ ਨੂੰ ਆਪਾਂ ਸੋਲਵ ਕਰਦੇ ਹਾਂ। ਸੋ ਕੁਐਸਚਨ ਦੇ ਵਿੱਚ ਕੀ ਬਣ ਜਾਏਗਾ, ਦੇਖੋ ਹੁਣ ਇੱਥੇ 8% ਸੀਗਾ, ਸੋ 8/100 ਆਪਾਂ ਐਕਸ ਲਿਖ ਲਿਆ। ਇਸ ਤੋਂ ਬਾਅਦ ਜਾਂ ਤਾਂ ਤੁਸੀਂ LCM ਲੈ ਸਕਦੇ ਹੋ ਜਾਂ ਤਾਂ ਇੱਥੇ LCM ਲੈ ਸਕਦੇ ਹੋ। ਇੱਥੇ 100x ਨਹੀਂ ਆਏਗਾ, ਸੌਰੀ, ਜਿਹੜੀ ਪਹਿਲੀ ਟਰਮ ਹੈ ਇੱਥੇ 100x ਨਹੀਂ ਆਏਗਾ, ਇੱਥੇ x ਆਏਗਾ, ਕਿਉਂਕਿ 100x ਤਾਂ ਨਹੀਂ ਆਏਗਾ, x ਦਾ ਮਲਟੀਪਲ ਆਏਗਾ x ਪਲੱਸ 8/100x ਇਹ ਆਏਗਾ। ਸੋ ਇਸ ਨੂੰ ਫਰਦਰ ਆਪਾਂ ਸੋਲਵ ਕਰ ਲੈਂਦੇ ਹਾਂ। ਜਾਂ ਦੂਸਰਾ ਮੈਥਡ ਕੀ ਹੈ, ਜੇਕਰ ਤੁਸੀਂ ਦੇਖੋਗੇ ਤਾਂ ਇਹ ਬਣ ਜਾਏਗਾ 1.08x, ਜਿਵੇਂ ਕਿ ਬੁੱਕ ਦੇ ਵਿੱਚ ਕੀਤਾ ਹੋਇਆ ਹੈ। ਅਗਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਉਸ ਤਰੀਕੇ ਨਾਲ ਵੀ ਆਨਸਰ ਆ ਜਾਏਗਾ 1.08x। ਇਹ ਕਿਸ ਦੇ ਇਕੁਅਲ ਹੋ ਜਾਏਗਾ 1404 ਦੇ। ਅਤੇ ਅਗਰ ਆਪਾਂ ਇੱਥੋਂ x ਸੋਲਵ ਕਰਾਂਗੇ ਤਾਂ x ਦੀ ਵੈਲਿਊ ਆਪਣੇ ਕੋਲ ਆ ਜਾਏਗੀ 1300 ਰੁਪਏ। 108 ਦੇ ਨਾਲ 1404 ਨੂੰ ਡਿਵਾਈਡ ਕਰ ਦਾਂਗੇ ਅਤੇ 100 ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ 1300 ਰੁਪਏ ਇੱਥੋਂ ਐਕਸ ਦੀ ਕੋਸਟ ਆ ਜਾਏਗੀ। ਮਤਲਬ ਐਕਚੁਅਲ ਪ੍ਰਾਈਸ ਉਸਦਾ ਕੀ ਹੈ 1300 ਰੁਪਏ, ਉਸਦੇ ਉੱਤੇ ਟੈਕਸ ਲੱਗ ਰਿਹਾ ਹੈ 104 ਰੁਪਏ। 1300 ਦਾ ਅਗਰ 8% ਕੱਢੋਗੇ ਤਾਂ 13 8 ਹੈ 104 ਆ ਜਾਏਗਾ। ਸੋ 104 ਰੁਪਏ ਕੀ ਹੈ ਟੈਕਸ ਲੱਗ ਰਿਹਾ ਉਸਦੇ ਉੱਪਰ 8%। ਸੋ ਉਹੀ 104 ਰੁਪਏ ਜੋ ਹੈ ਉਹ ਵੀਨਾ ਨੇ ਰਿਕੁਐਸਟ ਕੀਤੀ ਹੈ ਸ਼ੌਪਕੀਪਰ ਨੂੰ ਕਿ ਉਹ ਜਿਹੜੇ ਟੈਕਸ ਦੀ ਅਮਾਊਂਟ ਹੈ ਉਸ ਨੂੰ ਰਿਡਿਊਸ ਕਰ ਲਏ। ਸੋ 104 ਰੁਪਏ ਰਿਡਿਊਸ ਕਰਨ ਦਾ ਜੋ ਹੈ ਰਿਡਕਸ਼ਨ ਆਏਗੀ, ਤਾਂ ਰਿਡਕਸ਼ਨ ਆਫ ਪ੍ਰਾਈਸ ਆਫ ਦਾ ਵਾਚਿਸ, ਤਾਂ ਕਿੰਨਾ ਪ੍ਰਾਈਸ ਕੋਸਟ ਘਟੇਗੀ ਉਸਦੀ। ਸੋ ਉਹਨਾਂ ਦੇ ਵਿੱਚੋਂ ਆਪਸ਼ਨ ਨੰਬਰ B ਜੋ ਹੈ ਉਹ ਰਾਈਟ ਆਨਸਰ ਇਸ ਕੁਐਸਚਨ ਦਾ ਬਣ ਜਾਏਗਾ। ਸੋ ਕਿੰਨੇ ਪਰਸੈਂਟ ਉਸਨੇ ਕੋਸਟ ਡਿਕਰੀਜ਼ ਕਰਵਾਈ
ਜਿੰਨੀ ਕੋਸਟ ਗਿਵਨ ਸੀ ਉਸਦਾ 8% ਜੋ ਐਕਸਟਰਾ ਹਿੱਸਾ ਟੈਕਸ ਲੱਗ ਰਿਹਾ ਸੀ ਉਹ ਉਸਨੇ ਰਿਡਿਊਸ ਕਰਵਾਇਆ ਸ਼ੌਪਕੀਪਰ ਨੂੰ ਕਰਕੇ। ਸੋ ਇਸ ਤਰੀਕੇ ਨਾਲ ਕੁਐਸਚਨ ਕਈ ਵਾਰੀ ਪੁੱਛਿਆ ਜਾ ਸਕਦਾ ਹੈ। ਇੱਕ ਕੁਐਸਚਨ ਇੱਥੋਂ ਪਰਸੈਂਟੇਜ ਦੇ ਵਿੱਚ ਆਪਾਂ ਨੂੰ ਇਸ ਟਾਈਪ ਦਾ ਸੀ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਅ ਸੇਲਸ ਐਗਜ਼ੀਕਿਊਟਿਵ ਗੈਟਸ ਅ ਕਮਿਸ਼ਨ ਆਫ। ਇਸ ਬੁੱਕ ਦਾ ਬੈਨੀਫਿਟ ਇਹ ਹੈ ਕਿ ਨਾਲ ਦੀ ਨਾਲ ਆਪਾਂ ਨੂੰ ਕੁਐਸਚਨਸ ਇੱਥੇ ਮਿਲਦੇ ਰਹਿਣਗੇ ਅਤੇ ਉਹਨਾਂ ਦੇ ਸੋਲਿਊਸ਼ਨਸ ਵੀ ਮਿਲਦੇ ਰਹਿੰਦੇ ਨੇ। ਅਦਰਵਾਈਜ਼ ਆਪਾਂ ਨੀਚੇ ਸਕਰੋਲ ਕਰਕੇ ਦੇਖਦੇ ਹਾਂ, ਫਿਰ ਕੀ ਆ ਉਸਦੇ ਵਿੱਚ ਥੋੜ੍ਹਾ ਜਿਹਾ ਟਾਈਮ ਕਈ ਵਾਰੀ ਵੇਸਟ ਹੁੰਦਾ ਹੈ। ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਹੈ ਅ ਸੇਲਸ ਐਗਜ਼ੀਕਿਊਟਿਵ ਗੈਟਸ ਅ ਕਮਿਸ਼ਨ ਔਨ ਦਾ ਟੋਟਲ ਸੇਲਸ ਐਟ 8%। ਠੀਕ ਹੈ ਜੀ, ਕਹਿੰਦਾ 8% ਉਸਨੂੰ ਸੇਲ ਦੇ ਉੱਪਰ ਕਮਿਸ਼ਨ ਮਿਲਦਾ ਹੈ। ਇਫ ਦਾ ਸੇਲ ਇਜ਼ ਐਕਸੀਡਡ ₹10,000 he get an additional commission as a bonus of 4% on the excess sale of sales over ₹10,000। ਤਾਂ ਇੱਥੋਂ ਇੱਕ ਚੀਜ਼ ਕਲੀਅਰ ਕਰੋ, ਦੇਖੋ ਸੇਲਜ਼ਮੈਨ ਕੀ ਕਰ ਰਿਹਾ ਹੈ, ਕਮਿਸ਼ਨ ਮਿਲਦਾ ਹੈ ਉਸਨੂੰ ਜਦੋਂ ਉਹ ਸੇਲ ਕਰਦਾ ਹੈ। 8% ਉਸਨੂੰ ਹਮੇਸ਼ਾ ਹੀ ਮਿਲਣਾ ਹੈ। ਠੀਕ ਹੈ, ਜਿੰਨੀ ਵੀ ਸੇਲ ਹੁੰਦੀ ਹੈ ਉਸਦੇ ਉੱਪਰ 8% ਹਮੇਸ਼ਾ ਹੀ ਕਮਿਸ਼ਨ ਉਸਨੂੰ ਮਿਲੇਗਾ। ਠੀਕ ਹੈ ਜੀ, 8% ਤੋਂ ਬਿਨਾਂ ਉਹ ਕੀ ਕਹਿ ਰਿਹਾ ਹੈ, ਜੇਕਰ ਉਸਦੀ ਸੇਲ ਇਫ ਦਾ ਸੇਲ ਇਜ਼ ਐਕਸੀਡਡ ₹10,000, ਜੇਕਰ ਉਸਦੀ ਸੇਲ 10,000 ਤੋਂ ਜ਼ਿਆਦਾ ਹੋ ਜਾਂਦੀ ਹੈ, ਹੀ ਗੈਟਸ ਐਨ ਐਡੀਸ਼ਨਲ ਕਮਿਸ਼ਨ ਐਜ ਅ ਬੋਨਸ ਆਫ 4%। ਤਾਂ 4% ਉਸਨੂੰ ਐਕਸਟਰਾ ਬੋਨਸ ਮਿਲਦਾ ਹੈ। ਮਤਲਬ ਇੱਥੇ ਇਹ ਕਹਿ ਸਕਦੇ ਹਾਂ ਕਿ ਅਗਰ ਉਹ 10,000 ਤੋਂ ਘੱਟ ਸੇਲ ਕਰਦਾ ਹੈ ਤਾਂ 8%, ਜੇਕਰ ਉਹ 10,000 ਤੋਂ ਜ਼ਿਆਦਾ ਕਰਦਾ ਹੈ ਤਾਂ 12% ਜੋ ਹੈ ਉਹ ਉਸਨੂੰ ਕਮਿਸ਼ਨ ਮਿਲਦਾ ਹੈ। ਠੀਕ ਹੈ ਜੀ, ਇੱਥੋਂ ਇੰਨੀਆਂ ਚੀਜ਼ਾਂ ਆਪਾਂ ਨੂੰ ਕਲੀਅਰ ਹੋ ਚੁੱਕੀਆਂ ਨੇ। ਹੁਣ ਉਸਨੇ ਪੁੱਛਿਆ ਕੀ ਹੈ, ਇਫ ਹੀ ਗੈਟਸ ਦਾ ਟੋਟਲ ਕਮਿਸ਼ਨ ਆਫ 950, if he gets the total commission of 950 then the bonus he received is। ਤਾਂ ਦੇਖੋ ਇਸ ਦੇ ਵਿੱਚ ਕੀ ਹੈ, ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੀ ਡਿਵਾਈਡ ਕਰ ਸਕਦੇ ਹਾਂ। ਇੱਕ 8% ਦਾ ਹਿੱਸਾ ਹੋ ਜਾਏਗਾ, ਫਿਰ ਇੱਕ 8% ਦਾ ਹਿੱਸਾ ਹੋ ਜਾਏਗਾ ਅਤੇ ਦੂਸਰਾ ਹਿੱਸਾ 4% ਦਾ ਹੋ ਜਾਏਗਾ ਜਿਹੜਾ ਬੋਨਸ ਹੋ ਜਾਏਗਾ। ਇੱਕ ਹਿੱਸਾ 8% ਦਾ ਅਤੇ ਦੂਸਰਾ ਹਿੱਸਾ 4% ਦਾ। ਠੀਕ ਹੈ ਜੀ, ਇੱਥੋਂ ਇਸ ਦੀ ਰੇਸ਼ੋ ਵੀ ਫਾਈਂਡ ਆਊਟ ਕਰ ਸਕਦੇ ਹੋ ਤੁਸੀਂ। ਚਲੋ ਇਸ ਦੇ ਬਾਰੇ ਗੱਲ ਕਰਦੇ ਹਾਂ ਬਾਅਦ ਦੇ ਵਿੱਚ। ਸੋ ਅੱਗੇ ਗੱਲ ਕਰਦੇ ਹਾਂ। ਹੁਣ ਕੀ ਹੈ, ਦੇਖੋ ਮੰਨ ਲਓ ਉਹਨੇ ਸੇਲ ਪਹਿਲਾਂ 10,000 ਦੀ ਕੀਤੀ, ਕਿਉਂਕਿ ਇੱਥੇ ਕਮਿਸ਼ਨ ਜੋ ਟੋਟਲ ਕਮਿਸ਼ਨ ਹੈ ਉਹ ਦਿੱਤਾ ਹੋਇਆ ਹੈ। ਸੋ ਅਗਰ ਉਹ 10,000 ਦੀ ਸੇਲ ਕਰਦਾ ਹੈ ਤਾਂ 10,000 ਦੀ ਸੇਲ ਕਰਨ ਤੋਂ ਬਾਅਦ ਉਸਨੂੰ ਕਮਿਸ਼ਨ ਕਿੰਨਾ ਮਿਲਦਾ ਹੈ, 8%। ਦੈਟ ਮੀਨਸ ਅਗਰ ਉਹ 10,000 ਦੀ ਸੇਲ ਕਰਦਾ ਹੈ ਤਾਂ ਉਸਨੂੰ ਕਮਿਸ਼ਨ ਟੋਟਲ ਕਿੰਨਾ ਮਿਲੇਗਾ, 2 ਜ਼ੀਰੋਜ਼ ਦੇ ਨਾਲ 2 ਜ਼ੀਰੋਜ਼ ਕੈਂਸਲ ਕਰ ਲਓ। ਸੋ 800 ਰੁਪਏ। ਇੱਥੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਉਸਨੂੰ ਕਿੰਨੇ ਦਾ ਬੈਨੀਫਿਟ ਹੋਏਗਾ, 800 ਰੁਪਏ ਦਾ, ਅਗਰ ਉਹ 10,000 ਦੀ ਸੇਲ ਕਰਦਾ ਹੈ। ਬਟ ਉਹ ਉਸਨੂੰ ਕਿੰਨਾ ਬੈਨੀਫਿਟ ਹੋਇਆ, ਦੇਖੋ ਉਸਨੂੰ ਹੋਇਆ ਬੈਨੀਫਿਟ 950 ਦਾ। ਹੋਣਾ 800 ਦਾ ਚਾਹੀਦਾ ਸੀ, ਬਟ ਉਸਨੂੰ ਬੈਨੀਫਿਟ ਹੋਇਆ 950 ਦਾ। ਦੈਟ ਮੀਨਸ ਉਸਨੇ ਕੀ ਕੀਤਾ, ਉਸਨੇ 10,000 ਤੋਂ ਜ਼ਿਆਦਾ ਦੀ ਸੇਲ ਕੀਤੀ ਅਤੇ 950 ਦੇ ਵਿੱਚੋਂ 800 ਅਗਰ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਬਚਦਾ ਹੈ 150। ਸੋ ਦੈਟ ਮੀਨਸ 150 ਕੀ ਆਇਆ, ਉਸਦਾ ਜਿਹੜਾ 10,000 ਤੋਂ ਜ਼ਿਆਦਾ ਸੇਲ ਕਰਕੇ ਉਸਦਾ ਕਮਿਸ਼ਨ ਆਇਆ। ਹੁਣ ਉਸ ਕਮਿਸ਼ਨ ਦੇ ਵਿੱਚ ਕੀ ਹੈ, ਉਸ ਕਮਿਸ਼ਨ ਦੇ ਆਪਾਂ ਇੱਥੋਂ ਰੇਸ਼ੋ ਕੱਢ ਲੈਂਦੇ ਹਾਂ, 2:3 ਆ ਜਾਏਗਾ। ਉਸ ਰੇਸ਼ੋ ਦੇ ਵਿੱਚ 2:3 ਆ ਜਾਏਗਾ ਅਤੇ ਇਹ 2:1 ਆ ਜਾਏਗਾ। ਸੋ ਇੱਥੋਂ ਉਸਦਾ 3 ਹਿੱਸੇ ਆਪਾਂ ਕਰ ਲਾਂਗੇ। 8% ਦਾ ਜਿਹੜਾ ਹਿੱਸਾ ਹੈ, 3 ਹਿੱਸੇ ਜਦੋਂ ਆਪਾਂ 150 ਦੇ ਕਰਾਂਗੇ ਤਾਂ ਇੱਕ ਹਿੱਸਾ ਬਰਾਬਰ ਆ ਜਾਏਗਾ 50 ਦੇ। ਸੋ ਇੱਕ ਹਿੱਸਾ ਇੱਥੋਂ 50 ਦੇ ਇਕੁਅਲ ਆ ਜਾਏਗਾ। 3 ਹਿੱਸੇ ਆਪਾਂ ਕਰਾਂਗੇ। 8% ਪ੍ਰੋਫਿਟ, 8% ਉਸਨੂੰ ਨੋਰਮਲ ਪ੍ਰੋਫਿਟ ਹੁੰਦਾ ਹੈ, ਤਾਂ 8% ਤਾਂ ਆਪਾਂ ਇਹ ਕਹਿ ਦਾਂਗੇ ਉਸਨੂੰ 100 ਰੁਪੀਜ਼ ਜਿਹੜੇ ਨੇ ਉਹ ਨੋਰਮਲ ਪ੍ਰੋਫਿਟ ਹੁੰਦਾ ਹੈ। ਅਤੇ ਜਿਹੜਾ ਬੋਨਸ ਪੁੱਛਿਆ ਗਿਆ ਹੈ, ਬੋਨਸ ਮੰਨਿਆ ਗਿਆ ਹੈ 4%। ਦੇਖੋ ਇੱਥੇ ਲਿਖਿਆ ਵੀ ਹੈ ਕਿ ਇਫ ਹੀ ਗੈਟਸ ਐਡੀਸ਼ਨਲ ਕਮਿਸ਼ਨ ਇਫ ਦਾ ਸੇਲ ਇਜ਼ ਐਕਸੀਡਡ ₹10,000, ਜੇਕਰ 10,000 ਤੋਂ ਸੇਲ ਇਨਕਰੀਜ਼ ਹੋ ਜਾਂਦੀ ਹੈ, ਹੀ ਗੈਟਸ ਐਨ ਐਡੀਸ਼ਨਲ ਕਮਿਸ਼ਨ ਐਜ਼ ਦਾ ਬੋਨਸ ਆਫ 4%। ਤਾਂ ਬੋਨਸ ਦਾ ਮਤਲਬ ਕੀ ਹੈ ਕਿ ਬੋਨਸ ਕਿੰਨੀ ਅਮਾਊਂਟ ਹੈ, ਬੋਨਸ ਜੋ ਹੈ ਉਹ 4% ਹੈ।
टोटल कमीशन तो उसका 12% हो जाएगा, बट बोनस कितना मिले उसनों, अगर सेल 10,000 तो इंक्रीज़ होगी तो बोनस मिले 4%। दैट मीनस ਜਿਹੜੇ ਇਹ 4% ਅਮਾਊਂਟ ਹੋਏਗੀ, 4% ਅਮਾਊਂਟ ਪਹਿਲਾਂ ਤਾਂ ਇਹ ਦੇਖਣਾ ਅਮਾਊਂਟ ਕਿੰਨੀ ਹੋਏਗੀ। ਦੇਖੋ 3 ਹਿੱਸੇ ਆਪਾਂ ਕੀਤੇ ਸੀਗੇ 150 ਦੇ, ਤਾਂ 50 × 2 2 ਹਿੱਸੇ ਜਿਹੜੇ ਨੇ ਉਹ ਨੋਰਮਲ ਜੋ ਉਸ 'ਤੇ 8% ਕਮਿਸ਼ਨ ਮਿਲਦਾ ਉਸ 'ਤੇ ਬਣ ਜਾਣਗੇ। ਡੈਟ ਮੀਨਸ 100 ਰੁਪੀਜ਼ ਉਸ 'ਤੇ ਇੱਥੇ ਬਣ ਜਾਣਗੇ, ਅਤੇ ਜਿਹੜਾ 4% ਕਮਿਸ਼ਨ ਹੈ ਉਸਦੇ ਵਿੱਚ ਉਸਦੇ 50 ਰੁਪੀਜ਼ ਬਣਨਗੇ। ਸੋ ਉਹ 50 ਰੁਪੀਜ਼ ਕੀ ਬਣਨਗੇ, ਦੈਟ ਵਿਲ ਬੀ ਦਾ ਬੋਨਸ। ਤਾਂ ਉਹ 50 ਰੁਪੀਜ਼ ਜਿਹੜੇ ਨੇ ਉਹ ਬੋਨਸ ਬਣਨਗੇ। ਸੋ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਰੁਪੀਜ਼ 50 ਜਿਹੜੇ ਨੇ ਉਹ ਐਜ਼ ਆ ਬੋਨਸ ਅਮਾਊਂਟ ਹੋਏਗੀ ਉਸਦਾ ਜਿਹੜਾ 950 ਦਾ ਕਮਿਸ਼ਨ ਹੈ। ਸੋ 950 ਦੇ ਕਮਿਸ਼ਨ ਦੇ ਵਿੱਚ ਪਹਿਲਾਂ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਤੁਸੀਂ ਉਸਦੀ ਸੇਲ 10,000 ਦੀ ਕਰਵਾਉਣੀ ਹੈ, ਉਸ ਤੋਂ ਬਾਅਦ ਦੇਖਣਾ ਹੈ ਬਾਕੀ ਦਾ ਕਮਿਸ਼ਨ। ਸੋ 800 ਤਾਂ ਉਸਦਾ 10,000 ਤੱਕ ਦਾ ਕਮਿਸ਼ਨ ਬਣ ਜਾਏਗਾ। ਸੋ 800 ਤੋਂ ਬਾਅਦ ਜੋ ਬਾਕੀ ਅਮਾਊਂਟ ਬਚੇਗੀ, ਜਿਹੜੀ 150 ਰੁਪਏ ਬਚੀ ਸੀ, ਉਹ ਉਸਦਾ ਕਮਿਸ਼ਨ ਬਣੇਗਾ 10,000 ਤੋਂ ਉੱਪਰ ਦੀ ਸੇਲ ਦਾ। ਇਸ ਚੀਜ਼ ਬਾਰੇ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਇੱਥੋਂ ਕੰਸੈਪਟ ਲੈਣਾ ਪਏਗਾ। ਆਈ ਥਿੰਕ ਕੁਐਸਚਨ ਕਲੀਅਰ ਹੋ ਗਿਆ ਹੋਏਗਾ। ਸੋ ਇਸ ਕੁਐਸਚਨ ਦਾ ਆਨਸਰ ਬਣੇਗਾ ਰੁਪੀਜ਼ 50। ਆਪਸ਼ਨ ਨੰਬਰ ਬੀ ਵਿਲ ਬੀ ਦਾ ਆਨਸਰ ਅਗੇਨ। ਸੋ ਬੀ ਜਿਹੜਾ ਹੈ ਉਹ ਆਨਸਰ ਬਣੇਗਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਥੋੜ੍ਹੇ ਕੁਐਸਚਨਸ ਲੈਂਥੀ ਨੇ ਇੱਥੇ। ਨੋਰਮਲੀ ਆਪਾਂ ਦੇਖਦੇ ਹਾਂ ਟਾਈਮ ਐਂਡ ਵਰਕ ਜਾਂ ਹੋਰ ਟੌਪਿਕਸ ਨੇ ਉਹਨਾਂ ਦੇ ਕੁਐਸਚਨਸ ਕੀ ਨੇ, ਛੋਟੇ ਹੁੰਦੇ ਨੇ, ਬਟ ਇੱਥੇ ਥੋੜ੍ਹੇ ਜਿਹੇ ਤੁਹਾਨੂੰ ਕੁਐਸਚਨਸ ਲੈਂਥੀ ਮਿਲ ਰਹੇ ਨੇ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਕੁਐਸਚਨ ਨੰਬਰ 3 ਲੈਫਟ ਸਾਈਡ ਦੇ ਉੱਤੇ ਸਕਰੀਨ ਦੇ ਉੱਤੇ, ਇਫ ਇਨ ਅ ਕਾਲਜ ਦੇਅਰ ਆਰ 1800 ਸਟੂਡੈਂਟਸ ਐਂਡ ਲਾਸਟ ਡੇ except 4% of the boys, all the students were present in the college. Today except 5% of the girls, all the girls are present in the college, but in both days same number of students are, but in both the days number of students present in college were same. The number of girls in the college is। ਤਾਂ ਬੱਚੋ ਕੁਐਸਚਨ ਦੇਖੋ ਥੋੜ੍ਹਾ ਜਿਹਾ ਲੈਂਥੀ ਜ਼ਰੂਰ ਲੱਗ ਰਿਹਾ ਹੈ, ਬਟ ਕੁਐਸਚਨ ਜ਼ਿਆਦਾ ਮੁਸ਼ਕਿਲ ਨਹੀਂ ਹੈ। ਕੁਐਸਚਨ ਦੇ ਵਿੱਚ ਧਿਆਨ ਦੇ ਨਾਲ ਦੇਖੋ ਕਹਿ ਕੀ ਰਿਹਾ ਹੈ। ਕਹਿ ਰਿਹਾ ਹੈ ਕਿ ਕਾਲਜ ਦੇ ਵਿੱਚ ਕਿੰਨੇ ਨੇ, 1800 ਸਟੂਡੈਂਟਸ ਟੋਟਲ ਨੇ। ਲਾਸਟ ਡੇ 4% ਬੋਇਜ਼ ਨੂੰ ਛੱਡ ਕੇ ਸਾਰੇ ਸਟੂਡੈਂਟ ਪ੍ਰੈਜੈਂਟ ਸੀਗੇ, ਅਤੇ ਅੱਜ ਕੀ ਹੈ, ਅੱਜ 5% ਗਰਲਸ ਨੂੰ ਛੱਡ ਕੇ ਸਾਰੀਆਂ ਗਰਲਸ ਕੀ ਨੇ, ਪ੍ਰੈਜੈਂਟ ਨੇ। ਸਾਰੇ ਸਟੂਡੈਂਟ ਕੀ ਨੇ, ਪ੍ਰੈਜੈਂਟ ਨੇ 5% ਗਰਲਸ ਨੂੰ ਛੱਡ ਕੇ। ਬਟ ਉਸ ਤੋਂ ਬਾਅਦ ਕੀ ਦਿੱਤਾ ਹੋਇਆ, ਉਸ ਤੋਂ ਬਾਅਦ ਇੱਕ ਕੰਡੀਸ਼ਨ ਦਿੱਤੀ ਹੋਈ ਹੈ। ਦੈਟ ਕੰਡੀਸ਼ਨ ਇਜ਼ ਕਿ ਦੋਨੋਂ ਦਿਨ ਔਨ ਬੋਥ ਦਾ ਡੇਜ਼ ਨੰਬਰ ਆਫ ਸਟੂਡੈਂਟਸ ਪ੍ਰੈਜੈਂਟ ਇਨ ਦਾ ਕਾਲਜ ਵਾਰ ਸੇਮ। ਦੈਟ ਮੀਨਸ ਜਿੰਨੇ ਨੰਬਰ ਆਫ ਸਟੂਡੈਂਟਸ ਐਬਸੈਂਟ ਸੀਗੇ ਉਹ ਵੀ ਸੇਮ ਹੋਣਗੇ। ਸੋ ਆਪਾਂ ਇੱਥੋਂ ਕੀ ਕਰ ਲਾਂਗੇ, ਆਪਾਂ ਕੀ ਕਰਦੇ ਹਾਂ, ਨੰਬਰ ਆਫ ਸਟੂਡੈਂਟਸ ਦੀ ਆਪਾਂ ਇੱਥੋਂ ਲੈਂਦੇ ਹਾਂ ਪ੍ਰੋਸੈਸ। ਸੋ ਦੇਖੋ 4% ਆਫ ਟੋਟਲ ਬੋਇਜ਼, ਇੱਥੋਂ ਇਹੀ ਮੀਨਿੰਗ ਬਣਿਆ। 4% ਨੂੰ ਮੈਂ ਕੀ ਲਿਖ ਸਕਦਾ, 4 × ਜਾਂ ਇੱਥੋਂ ਕੀ ਲਿਖ ਸਕਦਾ, 4/100। 4% ਆਫ ਬੋਇਜ਼ ਮਤਲਬ 4% ਜਿੰਨੇ ਬੋਇਜ਼ ਨੇ ਜਿਹੜੇ ਐਬਸੈਂਟ ਸੀਗੇ, ਉਨੇ ਹੀ ਐਬਸੈਂਟ ਕਿਸ ਦਿਨ ਹੈ, ਉਨੇ ਹੀ ਐਬਸੈਂਟ 5% ਆਫ ਗਰਲਸ ਹੈ। ਸੋ ਇੱਥੋਂ ਚੀਜ਼ ਕਲੀਅਰ ਕਰੋ ਕਿ ਜਿੰਨੇ ਬੋਇਜ਼ ਹਨ ਐਬਸੈਂਟ ਫਸਟ ਡੇ, ਉਨੀਆਂ ਹੀ ਕੀ ਨੇ, ਗਰਲਸ ਐਬਸੈਂਟ ਨੇ। ਕਿਉਂਕਿ ਸਟੂਡੈਂਟਸ ਕੀ ਨੇ, ਉਸਨੇ ਕਿਹਾ ਹੈ ਕਿ 1800 ਟੋਟਲ ਸਟੂਡੈਂਟਸ ਨੇ। ਫਸਟ ਡੇ ਜਿੰਨੇ ਐਬਸੈਂਟ ਨੇ, ਫਸਟ ਡੇ 4% ਆਫ ਬੋਇਜ਼ ਐਬਸੈਂਟ ਨੇ, ਉਹ ਆਪਾਂ ਲਿਖ ਲਏ। ਸੈਕਿੰਡ ਡੇ 5% ਆਫ ਗਰਲਸ ਐਬਸੈਂਟ ਨੇ, ਉਹ ਆਪਾਂ ਲਿਖ ਲਈਆਂ। ਅਤੇ ਉਸਨੇ ਇਹੀ ਕਿਹਾ ਹੈ ਕਿ ਜਿੰਨੇ ਪਹਿਲੇ ਦਿਨ ਪ੍ਰੈਜੈਂਟ ਸੀ ਉਨੇ ਹੀ ਦੂਸਰੇ ਦਿਨ ਪ੍ਰੈਜੈਂਟ ਹੈ। That means 4% of boys is equal to 5% of girls। ਇੱਥੋਂ 100 ਆਪਾਂ ਕੈਂਸਲ ਕਰ ਲੈਂਦੇ ਹਾਂ। ਸੋ ਆਪਣੇ ਕੋਲ ਰੇਸ਼ੋ ਆ ਜਾਏਗੀ ਬੋਇਜ਼ ਰੇਸ਼ੋ ਗਰਲਸ। ਸੋ ਬੋਇਜ਼ ਰੇਸ਼ੋ ਗਰਲਸ ਕਿੰਨੀ ਆ ਜਾਏਗੀ ਆਪਣੇ ਕੋਲ, ਦੈਟ ਇਜ਼ ਇਕੁਅਲ ਟੂ 5/4। ਹੁਣ ਦੇਖੋ 5/4 ਦਾ ਮਤਲਬ ਇਹ ਹੈ ਕਿ ਆਪਾਂ ਇਸ ਨੂੰ ਇਨਕਰੀਜ਼ ਕਰ ਸਕਦੇ ਹਾਂ। ਟੋਟਲ ਸਟੂਡੈਂਟ 1800 ਨੇ, ਤਾਂ ਇੱਥੋਂ ਟੋਟਲ ਹਿੱਸੇ ਕਿੰਨੇ ਹੋ ਜਾਣਗੇ, 5 × 4
टोटल हिस्से हो जाएंगे बॉयज़ एंड गर्ल्स की रेशो के 9। सो बॉयज़ एंड गर्ल्स की रेशो जो है वो बन जाएगी 9। बॉयज़ एंड गर्ल्स रेशो बन जाएगी 5:4। सो 5:4 आप हुणे कैलकुलेट की है। टोटल हिस्से बन जाएंगे 9, टोटल हिस्से 9 हो जाएंगे 5:4। तो जो इन्हों डिवाइड कर देंगे 1800 इत्थे आ जाएगा। टोटल हिस्से अपने को बन रहे हैं 9। सो 1800/9 तो एक हिस्सा बन जाएगा इक्वल टू 200 दे। सो 1 पार्ट इज़ इक्वल टू नाउ 200। तो 200 के विचों एक हिस्सा अपना 200 एक हिस्से के बराबर आ गया। अपन पूछा कि है नंबर ऑफ गर्ल्स इन द कॉलेज। सो गर्ल्स कितनियाँ हो जाएगियाँ, 4 हिस्से ने गर्ल्स दियाँ। सो 200 × 4 800 जो है वो थोड़ा राइट आंसर आ जाएगा इस क्वेश्चन का। सो 800 विल बी द राइट आंसर फॉर दिस क्वेश्चन। तो अगर अपन नंबर ऑफ बॉयज़ पूछ लेंदा है तो बॉयज़ के 5 पार्ट्स आ जाएंगे। सो बॉयज़ का आंसर बन जाएगा 200 × 5। सो उसका आंसर बन जाएगा 1000। सो इस तरीके क्वेश्चन तुसीं अटैम्प्ट करना होंदा है। सो आई होप क्वेश्चन थोड़ा समझ आया होएगा। अच्छे तरीके इस क्वेश्चन को समझ लेना है। कितने कोई प्रॉब्लम लगती है तो उसको डिस्कस करना है। सो 800 विल बी द राइट आंसर। हाँ जे नंबर ऑफ बॉयज़ पूछता तो आंसर थोड़ा डेफिनेटली 1000 होंगे। सो ई हैज़ आस्क्ड द नंबर ऑफ गर्ल्स। सो गर्ल्स विल बी इक्वल टू 800। सो 800 थोड़ा जो होया दैट विल बी द राइट आंसर। गल करते हैं नैक्सट क्वेश्चन की। नैक्सट क्वेश्चन थोड़ी स्क्रीन के उत्ते आएगा, बिल्कुल जी देख सकते हो इत्थे। सो 800 थोड़ा आंसर आएगा। उसने दूसरे मैथड ना किया 95 96 लेके कुछ इदा आप रेशो वाला मैथड लेके कर लिया। सो डिपेंड करता है आप किदा क्वेश्चन कर लिया। सो उन्होंने होर मैथड यूज़ किया फ्रॉम द ऑप्शन लिया उन्होंने या इदा कह सकते हैं। सो नैक्सट क्वेश्चन की आप हम गल करते हैं। सो नैक्सट क्वेश्चन की है, मिनट वेट करो। क्वेश्चन अपन नैक्सट कह रहा है इन अ लाइब्रेरी 60% बुक्स आर इन हिंदी। एक लाइब्रेरी है उसके 60% बुक्स कादे विच ने हिंदी दे विच। 60% ऑफ द रिमेनिंग बुक्स आर इन इंग्लिश। ठीक है जी, जिहड़ियां बाकी बचदियां ने उन्हां दा 60% इंग्लिश दे विच ने। रेस्ट ऑफ द बुक्स आर इन मलयालम। इफ देयर आर 4800 बुक्स इन इंग्लिश दैन टोटल नंबर ऑफ बुक्स इन मलयालम आर। तो आप नैक्सट हम गल करते हैं। अपन की कह रहा है टोटल बुक्स मान लैंने 100। 100 आप वैसे मन्निया है 100x मान सकते हैं कि बुक्स अपन नहीं पता कितनियां ने। सो 100x हम देखो वो की कह रहा अपन इस तो बाद कि 100x दे विचों 60% की ने हिंदी दे विच। मतलब इत्थों अगर मैं गल करना 60% इसका कितना बन जाएगा, 60% 100 का बन जाएगा 60x। सो 60x की बचेगा दैट विल बी द किहड़ियां बुक्स ने ये हिंदी दे विच। तां आपां इत्थे नाल एच लिख दिंदे आ कि 60% बुक्स जो ने वो कादियां ने किस लैंगुएज दे विच ने दैट आर इन हिंदी। तां वो हिंदी लैंगुएज दे विच ने। दैन फरदर गल करते हैं। फरदर आपां नूं की कह रहा है उस तो बाद बचेगा बच्चे 40%। उस तो बाद 40x बचेगा। 60x एक साइड हो गया ना 60%। तो पिछे बुक्स बचियाँ 40% 40x। वो की कह रहा है 60% ऑफ द रिमेनिंग बुक्स। हुण रिमेनिंग बुक्स किहड़ियां ने 40x इसका 60%। ही इज सेइंग 60% ऑफ द 40 रिमेनिंग बुक्स 60% ऑफ द रिमेनिंग बुक्स आर इन इंग्लिश। तो इत्थों अपन की इसके 60% फाइंड करो। जो आप इसका 60% करांगे 6 4 का 24। सो इत्थों आ जाएगा 24x। सो इत्थों की आ जाएगा 24x बुक्स जिहड़ियां ने वो 60% ऑफ रिमेनिंग बननगियां। 60% ऑफ 40x अगर आप कैलकुलेट करांगे दैट विल बी इक्वल टू 24x। तो ये किहड़ी लैंगुएज दे विच ने, दीज आर इन
ਇੰਗਲਿਸ਼ ਲੈਂਗੁਏਜ। ਸੋ ਇੰਗਲਿਸ਼ ਲੈਂਗੁਏਜ ਦੇ ਵਿੱਚ ਇਹ ਵਾਲੀਆਂ ਬੁੱਕਸ ਹਨ। ਦੈਨ ਉਸ ਤੋਂ ਬਾਅਦ ਆਪਾਂ ਨੂੰ ਕਹਿ ਰਿਹਾ ਜਿਹੜੀਆਂ ਬਾਕੀ ਬਚੀਆਂ ਉਸਦੀ ਕਿਹੜੀ ਲੈਂਗੁਏਜ ਹੈ, ਮਲਿਆਲਮ। ਸੋ ਮਲਿਆਲਮ ਦੀਆਂ 40x ਦੇ ਵਿੱਚੋਂ ਤੁਸੀਂ 24x ਮਾਈਨਸ ਕਰ ਦੋਗੇ ਤਾਂ ਤੁਹਾਡਾ ਆਨਸਰ 16x ਬਣ ਜਾਏਗਾ। ਹੁਣ ਆਪਾਂ ਨੂੰ ਇਹ ਕਿਸ ਲੈਂਗੁਏਜ ਦੇ ਵਿੱਚ ਨੇ, ਮਲਿਆਲਮ ਦੇ ਵਿੱਚ। ਹੁਣ ਆਪਾਂ ਨੂੰ ਦਿੱਤਾ ਹੋਇਆ ਦੇਖੋ ਕੀ ਹੈ, ਹੁਣ ਆਪਾਂ ਨੂੰ ਦਿੱਤਾ ਹੋਇਆ ਹੈ ਇਹਨਾਂ ਨੇ, ਇੱਥੇ ਮੈਂ ਰਾਈਟ ਸਾਈਡ 'ਤੇ ਕੈਲਕੂਲੇਸ਼ਨ ਕਰਦਾ ਹੈ। ਉਹ ਕਹਿ ਰਿਹਾ ਇੰਗਲਿਸ਼ ਦੀਆਂ ਕਿੰਨੀਆਂ ਬੁੱਕਸ ਨੇ, 4800। ਮਤਲਬ ਇਹ 24x ਦੀ ਵੈਲਿਊ ਕਹਿ ਸਕਦੇ ਹਾਂ ਕਿ 24x ਇਕੁਅਲ ਟੂ 4800 ਹੈ। ਅਤੇ ਆਪਾਂ ਪਤਾ ਕੀ ਕਰਨਾ ਹੈ, ਫਾਈਂਡ ਆਊਟ ਆਪਾਂ ਕਰਨਾ ਹੈ ਨੰਬਰ ਆਫ ਬੁੱਕਸ ਆਫ ਮਲਿਆਲਮ, ਅਤੇ ਆਪਾਂ 16x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਸੋ ਇੱਥੋਂ ਇੱਕ ਕੰਮ ਕਰਦੇ ਹਾਂ, 24x ਇਕੁਅਲ ਟੂ ਲਿਖ ਲੈਂਦੇ ਹਾਂ। ਦੇਖੋ ਇਹ 8 ਦਾ ਮਲਟੀਪਲ ਹੈ, ਤਾਂ 24x ਨੂੰ ਈਜ਼ੀਲੀ ਆਪਾਂ 4800 ਦੇ ਪਹਿਲਾਂ ਇਕੁਅਲ ਲਿਖ ਲੈਂਦੇ ਹਾਂ। 24x ਇਕੁਅਲ ਟੂ 4800, ਇਸ ਨੂੰ ਕੈਂਸਲ ਕਰ ਦਿੰਦੇ ਹਾਂ ਚਲੋ, ਤਾਂ x ਦੀ ਵੈਲਿਊ ਆਪਣੇ ਕੋਲ ਆ ਜਾਏਗੀ ਇੱਥੋਂ 24 ਦੂਣਾ 48, ਸੋ 200 ਆ ਜਾਏਗੀ ਵੈਲਿਊ। x ਦੀ ਵੈਲਿਊ ਇੱਥੋਂ ਆ ਜਾਏਗੀ 200। ਠੀਕ ਹੈ ਜੀ, ਇਹਨਾਂ ਨੇ ਵੀ ਕਾफ़ੀ ਲੰਬਾ ਮੈਥਡ ਲਗਾਇਆ ਹੋਇਆ, ਵੈਸੇ ਇਸ ਦੀ ਇੰਨੀ ਜ਼ਰੂਰਤ ਨਹੀਂ ਹੈ। ਸੋ ਮੈਥਡ ਇਹੀ ਹੋਏਗਾ, ਬਟ ਇਹ ਹੈ ਕਿ ਉਹਨਾਂ ਨੇ ਥੋੜ੍ਹਾ ਜਿਹਾ ਕੰਪਲੈਕਸ ਕਰਤਾ, ਪੁਆਇੰਟਾਂ ਦੇ ਵਿੱਚ ਲੈ ਲਿਆ। ਆਪਾਂ ਸਿੰਪਲ 100 ਲੈ ਕੇ ਥੋੜ੍ਹਾ ਜਿਹਾ ਸੋਲਵ ਕਰ ਲਿਆ। ਸੋ x ਦੀ ਵੈਲਿਊ ਆ ਜਾਏਗੀ 200। ਹੁਣ ਜਿੰਨੀਆਂ ਬੁੱਕਸ ਮਲਿਆਲਮ ਦੇ ਵਿੱਚ ਨੇ ਉਹਨਾਂ ਦਾ ਕਿੰਨੀਆਂ ਬੁੱਕਸ ਨੇ, ਉਹ 16x। ਤਾਂ x ਦੀ ਵੈਲਿਊ ਆਪਾਂ 200 ਫਾਈਂਡ ਆਊਟ ਕੀਤੀ ਹੈ। 16x ਨੂੰ ਜਦੋਂ ਫਾਈਂਡ ਆਊਟ ਕਰਨਾ ਹੈ ਤਾਂ 16 ਨੂੰ 2 ਦੇ ਨਾਲ ਮਲਟੀਪਲਾਈ ਕਰ ਦਾਂਗੇ, ਤਾਂ 16 ਦੂਣਾ 32। ਸੋ 3200 ਬੁੱਕਸ ਜੋ ਆਉਣਗੀਆਂ ਉਹ ਤੁਹਾਡੀਆਂ ਮਲਿਆਲਮ ਲੈਂਗੁਏਜ ਦੇ ਵਿੱਚ ਆ ਜਾਣਗੀਆਂ। ਸੋ ਜਿਹੜੀਆਂ ਮਲਿਆਲਮ ਲੈਂਗੁਏਜ ਦੇ ਵਿੱਚ ਹੋਣਗੀਆਂ ਉਹ ਕਿੰਨੀਆਂ ਬੁੱਕਸ ਹੋਣਗੀਆਂ, ਉਹ ਤੁਹਾਡਾ ਆਨਸਰ ਆਏਗਾ 3200, ਆਪਸ਼ਨ ਨੰਬਰ ਡੀ। ਇਸੇ ਤਰੀਕੇ ਨਾਲ ਬੱਚੇ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਸੀ ਕਿ ਹਿੰਦੀ ਲੈਂਗੁਏਜ ਦੇ ਵਿੱਚ ਕਿੰਨੀਆਂ ਬੁੱਕਸ ਨੇ। ਹਿੰਦੀ ਦੇ ਵਿੱਚ ਦੇਖੋ 60x ਸੀਗੀਆਂ, ਤਾਂ ਜੇਕਰ ਹਿੰਦੀ ਦੀਆਂ ਕਦੀ ਪੁੱਛੀਆਂ ਜਾਂਦੀਆਂ ਨੇ ਤਾਂ ਹਿੰਦੀ ਦੀਆਂ ਬੁੱਕਸ ਕਿੰਨੀਆਂ ਆ ਜਾਣਗੀਆਂ ਤੁਹਾਡੀਆਂ, ਹਿੰਦੀ ਦੀਆਂ 200 ਗੁਣਾ 6 ਤਾਂ 12000। 60 ਨੂੰ 200 ਦੇ ਨਾਲ ਗੁਣਾ ਕਰਾਂਗੇ ਨਾ, ਸੋ 6 ਦੂਣੀ 12, ਸੋ 12000 ਬੁੱਕਸ ਜਿਹੜੀਆਂ ਨੇ ਉਹ ਆਉਣਗੀਆਂ ਤੁਹਾਡੀਆਂ ਹਿੰਦੀ ਦੀਆਂ। ਸੋ ਹਿੰਦੀ ਦੀਆਂ ਬੁੱਕਸ ਵੀ ਪੁੱਛੀਆਂ ਜਾ ਸਕਦੀਆਂ ਨੇ ਇੱਦਾਂ ਦੀ ਗੱਲ ਨਹੀਂ, ਜਾਂ ਕਿਸੇ ਵੀ ਇੱਦਾਂ ਪੁੱਛਿਆ ਜਾ ਸਕਦਾ ਕਿ ਇੰਗਲਿਸ਼ ਅਤੇ ਮਲਿਆਲਮ ਲੈਂਗੁਏਜ ਦੀਆਂ ਬੁੱਕਸ ਦਾ ਫਰਕ ਕਿੰਨਾ ਹੈ, ਇਹਨਾਂ ਦਾ ਡਿਫਰੈਂਸ ਕਿੰਨਾ ਹੈ ਕਾਊਂਟਿੰਗ ਦਾ। ਸੋ ਇਸ ਤਰੀਕੇ ਨਾਲ ਡਿਫਰੈਂਟ ਟਾਈਪਸ ਆਫ ਕੁਐਸਚਨ ਪੁੱਛੇ ਜਾ ਸਕਦੇ ਨੇ। ਇੱਕ ਵਾਰੀ ਕੁਐਸਚਨ ਅੱਛੇ ਤਰੀਕੇ ਨਾਲ ਕਲੀਅਰ ਕਰ ਲਓ। 4 ਕੁਐਸਚਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਕੁਐਸਚਨ ਕਰਾਂਗੇ। ਸੋ ਨੈਕਸਟ ਕੁਐਸਚਨ ਦੇ ਉੱਤੇ ਚੱਲਦੇ ਹਾਂ। ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਲੈਫਟ ਸਾਈਡ ਦੇ ਉੱਤੇ ਆ ਜਾਏਗਾ। ਹਾਂਜੀ, ਨੈਕਸਟ ਕੁਐਸਚਨ ਦੇਖੋ ਕਿਵੇਂ ਕਰਨਾ ਹੈ, ਹੁਣ ਇਸ ਨੂੰ ਦੇਖਦੇ ਹਾਂ। ਸੋ ਨੈਕਸਟ ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਹੈ ਦੇਖਦੇ ਹਾਂ। ਸੋ ਨੈਕਸਟ ਕੁਐਸਚਨ ਆਪਾਂ ਨੂੰ ਸਕਰੀਨ ਦੇ ਉੱਤੇ ਸ਼ੋ ਹੋ ਚੁੱਕਾ ਹੈ। ਇਹ ਕਹਿ ਰਿਹਾ ਹੈ ਕਿ 80% ਆਫ ਦਾ ਸਮੋਲਰ ਨੰਬਰ ਇਜ਼ 4 ਲੈਸ ਦੈਨ 40% ਆਫ ਲਾਰਜਰ ਨੰਬਰ। ਆਪਾਂ ਨੂੰ ਕੀ ਕਹਿ ਰਿਹਾ ਹੈ, ਕਹਿੰਦਾ 80% ਆਫ ਸਮੋਲਰ ਨੰਬਰ ਦਾ ਮਤਲਬ ਇੱਥੋਂ ਮੰਨ ਲਿਆ ਆਪਾਂ 80%, ਮੰਨ ਲਿਆ ਆਪਾਂ x ਸਮੋਲਰ ਹੈ, ਠੀਕ ਹੈ ਜੀ। ਸੋ 80% ਆਫ ਸਮੋਲਰ ਨੰਬਰ ਇਜ਼ 4 ਲੈਸ, ਅੱਛਾ ਇਹ ਲੈਸ ਹੈ, ਸੋ ਇਹ ਲੈਸ ਆਏਗਾ। ਸੋ ਇੱਥੇ ਆਪਾਂ ਲਿਖਾਂਗੇ 80% ਆਫ ਸਮੋਲਰ ਨੰਬਰ, ਠੀਕ ਹੈ ਜੀ। ਇੱਥੇ ਆਪਾਂ ਸ਼ੁਰੂ ਕੀਤਾ ਕੁਐਸਚਨ ਨੂੰ, 80% ਆਫ ਸਮੋਲਰ ਨੰਬਰ। ਸੋ ਸਮੋਲਰ ਨੰਬਰ ਆਪਾਂ ਕੰਸੀਡਰ ਕੀਤਾ ਇੱਥੇ x, ਸਮੋਲਰ ਨੰਬਰ x ਹੈ, ਇਜ਼ 4 ਲੈਸ ਦੈਨ 40% ਆਫ ਲਾਰਜਰ ਨੰਬਰ। ਤਾਂ 40% ਆਫ ਲਾਰਜਰ ਨੰਬਰ ਮਤਲਬ ਇੱਕ ਨੰਬਰ ਹੈ ਜੋ ਜਿਸ ਦਾ 40% ਹੈ ਅਤੇ ਉਸਦਾ ਡਿਫਰੈਂਸ 40% ਆਫ ਲਾਰਜਰ ਨੰਬਰ ਆਪਾਂ 22 ਮੰਨ ਲੈਂਦੇ ਹਾਂ। ਸੋ 40% ਆਫ ਲਾਰਜਰ ਨੰਬਰ ਮਾਈਨਸ 80% ਆਫ ਸਮੋਲਰ ਨੰਬਰ, ਇਹਨਾਂ ਦੋਨਾਂ ਦਾ ਡਿਫਰੈਂਸ ਕਿੰਨਾ ਹੈ, 4 ਦੇ ਇਕੁਅਲ ਹੈ। ਨੈਕਸਟ ਗੱਲ ਕਰਦੇ ਹਾਂ। ਦੂਸਰੀ ਗੱਲ ਕੀ ਕਹਿ ਰਿਹਾ, ਲਾਰਜਰ ਨੰਬਰ ਇਜ਼ 125 ਗ੍ਰੇਟਰ ਦੈਨ ਸਮੋਲਰ 1। ਤਾਂ ਲਾਰਜਰ ਨੰਬਰ ਕੀ ਹੈ, 125 ਗ੍ਰੇਟਰ ਹੈ ਐਜ਼ ਕੰਪੇਅਰ ਟੂ ਸਮੋਲਰ 1। ਤਾਂ ਇੱਥੇ ਆਪਾਂ y ਦੀ ਜਗ੍ਹਾ 'ਤੇ ਕੀ ਪੁੱਟ ਕਰ ਸਕਦੇ ਹਾਂ, ਪਹਿਲਾਂ ਤਾਂ ਇੱਕ ਕੰਮ ਕਰਦੇ ਹਾਂ, 100 ਨੂੰ ਰਾਈਟ ਸਾਈਡ ਮਲਟੀਪਲਾਈ ਕਰ ਦਿੰਦੇ ਹਾਂ, ਠੀਕ ਹੈ ਜੀ। ਜਾਂ ਇੱਦਾਂ ਕਰਦੇ ਹਾਂ, ਇੱਥੇ ਆਪਾਂ ਕੈਂਸਲ ਆਊਟ ਕਰ ਦਿੰਦੇ ਹਾਂ 4 ਨੂੰ, ਥੋੜ੍ਹਾ ਜਿਹਾ ਈਜ਼ੀ ਹੋ ਜਾਏਗਾ। ਇੱਥੇ ਆ ਜਾਏਗਾ ਤੁਹਾਡਾ 10
वाई 4 ਦੇ ਨਾਲ मैं कैंसल कर रहा राइट साइड तो 4 कैंसल 100 ਇੱਥੇ आ जाएगा 10 ਤੇ ਇੱਥੇ आ जाएगा 20। ਇਸ ਤੋਂ ਬਾਅਦ मैं 100 ਨੂੰ LCM ਲੈ ਕੇ ਰਾਈਟ ਸਾਈਡ ਮਲਟੀਪਲਾਈ ਕਰ ਰਿਹਾ। ਸੋ ਮੇਰੇ ਕੋਲ ਇਕੁਏਸ਼ਨ ਬਣ ਰਹੀ ਹੈ 10। ਹੁਣ ਇੱਥੇ y ਆਏਗਾ 10y ਕੀ ਹੈ ਗ੍ਰੇਟਰ ਨੰਬਰ। द लार्जर नंबर इज़ 125 ग्रेटर दैन ਸਮੋਲਰ 1। ਸੋ 125 ਗ੍ਰੇਟਰ ਦਾ ਮਤਲਬ ਕੀ ਹੈ ਕਿ ਇਹ 125 ਵੱਡਾ ਹੈ ਸਮੋਲਰ ਨੰਬਰ ਤੋਂ। ਤਾਂ ਇੱਥੇ ਆਪਾਂ ਲਿਖ ਸਕਦੇ ਹਾਂ 125 ਪਲੱਸ x। ਸੋ ਜੇਕਰ ਇਹਨਾਂ ਦਾ ਡਿਫਰੈਂਸ ਲਵਾਂਗੇ ਤਾਂ 125 ਆ ਜਾਏਗਾ। ਠੀਕ ਹੈ ਜੀ। ਜੋ ਗ੍ਰੇਟਰ y ਹੈ ਇੱਥੇ ਆਪਾਂ ਇੱਕ ਇਕੁਏਸ਼ਨ ਵੀ ਲਿਖ ਕੇ ਦੇਖ ਸਕਦੇ ਹਾਂ ਫਿਰ ਤਾਂ ਕਿ ਆਪਣੀ ਗਲਤੀ ਨਾ ਹੋਏ। ਸੋ y ਮਾਈਨਸ x ਇਜ਼ ਇਕੁਅਲ ਟੂ 125 आ जाएगा। सो y की वैल्यू आ जाएगी 125 प्लस x। सो इस कंसैप्ट में भी क्लीयर कर लेना है। क्वेश्चन के अपन गिवन है कि द ग्रेटर नंबर इज़ 125 लार्जर दैन समॉलर 1। सो इत्थे आ जाएगा 125 प्लस x। ये वैल्यू किस दी पुट की है जी इत्थे नोट कर लो। दिस वैल्यू इज़ ऑफ y। ये वैल्यू जी है आपां ये y की पुट की है इत्थे 125 प्लस x किस दी वैल्यू है ये y की वैल्यू है। तुसी नोट कर लेनी है इस चीज़। इस तो बाद की है इत्थे 125 प्लस x तक आपां कीता है। इस तो बाद आ जाएगा माइनस 20x इक्वल टू 100। सो इसनों इत्थे आपां सॉल्व करते हैं। सो ये आ जाएगा जी 100 के इक्वल तो इत्थे बन जाएगा थोड़ा 1250। सो 1250 लैफ्ट साइड के उत्ते 1250 माइनस 100 इक्वल टू इत्थे आ जाएगा 10x। सो x की वैल्यू थोड़ी आ जाएगी x की वैल्यू आ जाएगी जी 1150। सो x की वैल्यू आ जाएगी 1150 बटे 10। सो 115 जो है वो 1150 बटे 10। सो 115 वैल्यू आ जाएगी एक्स की। जेकर वाई की गल करांगे तो वाई आ जाएगा 125। इस तो ज़्यादा है एक्स तो। सो वाई की वैल्यू आ जाएगी 125 115 के विच ऐड कर देंगे तो बन जाएगा 240। सो 240 जो है दैट विल बी द आंसर 240 बनेगा वाई की वैल्यू। ਆਪਾਂ ਨੂੰ ਕੀ ਪੁੱਛਿਆ ਹੋਇਆ क्वेश्चन ਦੇ ਵਿੱਚ ਤਾਂ ਸਮ ਆਫ ਟੂ ਨੰਬਰਸ। ਤਾਂ ਸਮ ਆਫ ਟੂ ਨੰਬਰਸ ਆਪਾਂ ਨੂੰ ਪੁੱਛਿਆ ਹੈ ਤਾਂ ਇਹਨਾਂ ਦੋਨਾਂ ਦਾ ਸਮ ਕਰ ਦਾਂਗੇ 115 ਤੇ 240 355 ਆਂਸਰ ਬਣੇਗਾ ਜੀ ਇਸ क्वेश्चन ਦਾ ਬਿਲਕੁਲ। ਸੋ ਦੋ ਇਕੁਏਸ਼ਨਸ ਵੀ ਬਣਾ ਸਕਦੇ ਹੋ ਕਿਸੇ ਵੀ ਮੈਥਡ ਦੇ ਨਾਲ ਕਰੋ ਬਟ ਤੁਹਾਨੂੰ ਆਂਸਰ ਤੇ ਪਹੁੰਚਣਾ ਹੈ ਤੁਸੀਂ ਤੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਤੁਸੀਂ ਆਂਸਰ ਨੂੰ ਸੋਲਵ ਕਰਨਾ ਹੈ। ਅੱਜ ਦੀ ਵੀਡੀਓ ਥੋੜੀ ਸਲੋ ਹੈ ਇਸ ਨੂੰ ਤੁਸੀਂ ਸਪੀਡ ਇਨਕਰੀਜ਼ ਕਰ ਸਕਦੇ ਹੋ। ਇਸ ਦੀ ਸਪੀਡ 1.5x ਕਰਕੇ ਤੁਸੀਂ यूट्यूब के उत्तों प्लेबैक स्पीड का जो ऑप्शन आता है उत्तों स्पीड में चेंज कर सकते हो ताकि तुम इसनों थोड़े घट टाइम के देख सको। सो आई थिंक क्वेश्चन नंबर 5 जो है अपना क्लीयर है। एक बार क्लीयर कर लेना है कि तुम्हें कोई डाउट लगता है तो तुम इसके रिलेटेड पूछ सकते हो। नैक्सट क्वेश्चन की गल करते हैं। एक मिनट होल्ड करो जी। सो नैक्सट क्वेश्चन जो है उसकी गल करते हैं। नैक्सट क्वेश्चन अपन हूँ ठीक है जी पहुँच चुके हैं अपन नैक्सट क्वेश्चन के उत्ते। सो आंसर आ जाएगा x प्लस वाई 355। सो नैक्सट क्वेश्चन इन अ प्राइवेट कंपनी एक प्राइवेट कंपनी है जिस दे विच की है इन अ प्राइवेट कंपनी 60% ऑफ द एम्प्लॉयज़ आर मैन। कह रहे हैं कि 60% एम्प्लॉयज़ की ने मैन ने एंड 8% ऑफ द एम्प्लॉयज़ आर इंजीनियर एंड 66.6 ऑफ द इंजीनियर्स आर मैन। द परसेंटेज ऑफ वूमेन हु आर नॉट इंजीनियर्स इज़। तो अच्छा क्वेश्चन है इन्होंने हूँ पता नहीं केड़ा मैथड अपने विच इन्होंने लिया होया है। सो आप एक काम करते हैं
ਆਪਾਂ ਕੀ ਕਰਦੇ ਹਾਂ, ਇੱਥੋਂ ਸਟਾਰਟ ਕਰਦੇ ਹਾਂ ਕੁਐਸਚਨ ਨੂੰ ਸਟੈਪ ਬਾਏ ਸਟੈਪ। ਦੇਖੋ ਟੋਟਲ ਇੰਪਲੋਇਜ਼ ਮੰਨ ਲਓ ਕਿੰਨੇ ਸੀਗੇ 100 ਦੇ ਨਾਲ x ਲਗਾ ਲੈਂਦੇ ਹਾਂ। ਸੋ 100x ਟੋਟਲ ਇੰਪਲੋਇਜ਼ ਸੀਗੇ। ਉਸ ਤੋਂ ਬਾਅਦ ਕੀ ਹੈ 100x ਟੋਟਲ ਇੰਪਲੋਇਜ਼ ਹੋ ਗਏ, ਉਸ ਦੇ ਵਿੱਚੋਂ 60% ਆਫ ਦਾ ਇੰਪਲੋਇਜ਼ ਜਿਹੜੇ ਸੀਗੇ ਉਹ ਮੈਨ ਹੋ ਗਏ। ਠੀਕ ਹੈ ਜੀ, 60% ਆਫ ਦਾ ਇੰਪਲੋਇਜ਼ ਜਿਹੜੇ ਨੇ ਉਹ ਮੈਨ ਹੋ ਗਏ। ਉਸ ਤੋਂ ਬਾਅਦ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਨੂੰ ਕਹਿ ਰਿਹਾ ਹੈ ਕਿ 48% ਆਫ ਦਾ ਇੰਪਲੋਇਜ਼ ਆਰ ਇੰਜੀਨੀਅਰ। ਤਾਂ ਇਸ ਦੇ ਵਿੱਚੋਂ ਟੋਟਲ ਇੰਪਲੋਇਜ਼ ਕਿੰਨੇ ਇੰਜੀਨੀਅਰ ਹੋ ਗਏ, ਦੇਖੋ 48x ਕੀ ਨੇ, ਇੰਜੀਨੀਅਰ ਨੇ। ਠੀਕ ਹੈ ਜੀ, ਇਹ ਕੀ ਨੇ ਆਪਣੇ ਜਿਹੜੇ 60% ਆਪਾਂ ਫਾਈਂਡ ਆਊਟ ਕੀਤੇ ਸੀਗੇ, 60% ਕੀ ਨੇ, ਇਹ ਮੈਨ ਨੇ। ਠੀਕ ਹੈ, ਇੱਥੇ ਆਪਾਂ ਲਿਖ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਕੀ ਹੈ ਕਈ ਵਾਰੀ ਦਿੱਕਤ ਆ ਜਾਂਦੀ ਹੈ। ਸੋ ਇੱਥੇ ਮੈਨ ਆ ਜਾਣਗੇ। ਇਹ ਕੀ ਨੇ, ਇਹ ਟੋਟਲ ਇੰਜੀਨੀਅਰ ਨੇ। ਠੀਕ ਹੈ ਜੀ, ਟੋਟਲ ਇੰਜੀਨੀਅਰ। ਇਸ ਤੋਂ ਬਾਅਦ ਗੱਲ ਕਰਦੇ ਹਾਂ, ਇਸ ਤੋਂ ਬਾਅਦ ਆਪਣਾ ਕੀ ਹੈ, ਇਸ ਤੋਂ ਬਾਅਦ ਆਪਣਾ ਉਹਨਾਂ ਨੇ ਦਿੱਤਾ ਹੋਇਆ ਹੈ ਕਿ ਐਂਡ ਇੰਜੀਨੀਅਰ ਆਰ ਐਂਡ 66.6 ਆਫ ਦਾ ਇੰਜੀਨੀਅਰਸ ਆਰ ਮੈਨ। ਤਾਂ 66% ਜਦੋਂ ਬਾਕੀ ਕਰਾਂਗੇ ਤਾਂ ਇੱਥੋਂ ਦੇਖੋ 66% ਜਦੋਂ ਕੈਲਕੂਲੇਟ ਕਰਾਂਗੇ 66.6 ਇਹ ਕੀ ਨੇ, ਇਹ ਇੰਜੀਨੀਅਰ ਨੇ ਜਿਹੜੇ ਮੈਨ ਨੇ। ਅਤੇ ਬਾਕੀ ਜਿਹੜੇ ਇੰਜੀਨੀਅਰ ਬਚਣਗੇ ਮੰਨ ਲਓ 33.4% ਆਉਂਦੇ ਆ, ਤਾਂ ਇੱਥੋਂ ਇਹ ਕੀ ਬਣਨਗੇ, ਵੂਮੈਨ। ਤਾਂ ਇੱਥੋਂ ਰੇਸ਼ੋ ਕੱਢ ਲੈਂਦੇ ਹਾਂ। ਠੀਕ ਹੈ ਜੀ, ਟੋਟਲ ਇੰਜੀਨੀਅਰਸ ਨੇ ਨਾ, ਟੋਟਲ ਇੰਜੀਨੀਅਰ ਤਾਂ ਆਪਣੇ ਕੋਲ 48x ਹੈ, ਤਾਂ ਉਸ ਦੇ ਵਿੱਚੋਂ 66.6% ਜਿਹੜੇ ਨੇ ਉਹ ਮੈਨ ਨੇ, 33.4% ਵੂਮੈਨ ਹੋਣਗੇ। ਇਹ ਰੇਸ਼ੋ ਬਣ ਜੇਗੀ ਆਪਣੀ 2:1। 2:1 ਇੱਥੋਂ ਕੀ ਬਣ ਜਾਏਗਾ, 2:1 ਦਾ ਮਤਲਬ ਟੋਟਲ ਕਿੰਨੇ ਨੇ, 3 ਹਿੱਸੇ। 3 ਹਿੱਸੇ ਬਰਾਬਰ ਨੇ 48 ਦੇ। ਸੋ 3 ਹਿੱਸੇ ਟੋਟਲ 48x ਦੇ ਇਕੁਅਲ ਆ ਜਾਣਗੇ। ਅਤੇ ਇੱਥੋਂ ਆਪਣੇ ਕੋਲ 3 ਹਿੱਸੇ ਤਾਂ ਇੱਕ ਹਿੱਸਾ ਬਣ ਜਾਏਗਾ 16। ਸੋ 32 ਜੋ 32x ਨੇ ਉਹ ਕਿੰਨੇ ਹੋ ਜਾਣਗੇ, ਉਹ ਆਪਣੇ ਕੋਲ ਮੈਨ ਇੰਜੀਨੀਅਰ ਹੋ ਜਾਣਗੇ। ਅਤੇ ਜਿਹੜੇ 16x ਹੋ ਜਾਣਗੇ ਉਹ ਕੀ ਹੋ ਜਾਣਗੇ, ਫੀਮੇਲ ਇੰਜੀਨੀਅਰ ਜਾਂ ਵੂਮੈਨ ਇੰਜੀਨੀਅਰ ਕਹਿ ਸਕਦੇ ਹੋ। ਸੋ ਇੱਥੋਂ ਤੱਕ ਕੁਐਸਚਨ ਨੂੰ ਕਲੀਅਰ ਕਰ ਲਓ ਜੀ ਚੰਗੀ ਤਰ੍ਹਾਂ। ਕੋਈ ਦਿੱਕਤ ਤੁਹਾਨੂੰ ਲੱਗਦੀ ਹੈ ਤੁਸੀਂ ਪੁੱਛ ਸਕਦੇ ਹੋ। ਸੋ 32x ਆ ਜਾਏਗਾ ਮੈਨ ਇੰਜੀਨੀਅਰ, 16x ਆ ਜਾਏਗਾ ਵੂਮੈਨ ਇੰਜੀਨੀਅਰ। ਇਸ ਤੋਂ ਬਾਅਦ ਕੀ ਆਪਾਂ ਨੂੰ ਪੁੱਛਿਆ ਕਿ ਇਹਦਾ ਪਰਸੈਂਟੇਜ ਆਫ ਵੂਮੈਨ ਹੂ ਆਰ ਨਾਟ ਇੰਜੀਨੀਅਰ। ਤਾਂ ਵੂਮੈਨ ਜਿਹੜੀਆਂ ਨੇ ਉਹ ਟੋਟਲ ਕਿੰਨੀਆਂ ਸੀਗੀਆਂ, ਦੇਖੋ ਪਹਿਲਾਂ ਆਪਣੇ ਕੋਲ 60x ਮੈਨ ਹੋ ਗਏ ਸੀ। 60x ਮੈਨ ਹੋਣ ਤੋਂ ਬਾਅਦ ਜਿਹੜੀਆਂ ਬਾਕੀ ਵੂਮੈਨ ਬਾਕੀ ਬਚਣੀਆਂ ਸੀਗੀਆਂ ਉਹ ਕਿੰਨੀਆਂ ਆਉਣੀਆਂ ਸੀ, ਦੈਟ ਵਿਲ ਬੀ 40x। ਤਾਂ 40x ਟੋਟਲ ਵੂਮੈਨ ਨੇ। ਤਾਂ ਇਹਨਾਂ ਦੇ ਵਿੱਚੋਂ ਹੁਣ ਇੰਜੀਨੀਅਰ ਕਿੰਨੇ ਨੇ, ਇੰਜੀਨੀਅਰ ਵੂਮੈਨਸ ਕਿੰਨੀਆਂ ਨੇ, ਦੈਟ ਆਰ 16x। 16x ਇੰਜੀਨੀਅਰ ਵੂਮੈਨ ਨੇ। ਹੁਣ ਜਿਹੜੀਆਂ ਵੂਮੈਨ ਇੰਜੀਨੀਅਰ ਨਹੀਂ ਨੇ ਉਸਦੀ ਪਰਸੈਂਟੇਜ ਆਪਾਂ ਨੂੰ ਪੁੱਛੀ ਗਈ ਹੈ। ਤਾਂ ਉਸਦਾ ਆਨਸਰ ਆ ਜਾਏਗਾ ਜਿੰਨਾ 24x। ਟੋਟਲ ਵੂਮੈਨ ਕਿੰਨੀਆਂ ਨੇ 40x। 40x ਦੇ ਵਿੱਚੋਂ 16x ਨੂੰ ਮਾਈਨਸ ਕਰ ਦੋਗੇ ਤਾਂ 24x ਆ ਜਾਏਗਾ। ਸੋ 24x ਵੂਮੈਨ ਜਿਹੜੀਆਂ ਨੇ ਉਹ ਇੰਜੀਨੀਅਰ ਨਹੀਂ ਹਨ। ਟੋਟਲ ਵੂਮੈਨ ਕਿੰਨੀਆਂ ਹਨ, 40x। ਤਾਂ ਇੱਥੋਂ ਇਸ ਨੂੰ 100 ਨਾਲ ਮਲਟੀਪਲਾਈ ਕਰੋ ਅਤੇ ਆਨਸਰ 'ਤੇ ਪਹੁੰਚੋ। ਸੋ 24/40 ਇੰਟੂ 100, x ਦੇ ਨਾਲ x ਕੈਂਸਲ ਹੋ ਜਾਏਗਾ। ਸੋ ਇੱਥੋਂ ਤੁਸੀਂ ਆਨਸਰ ਦੇ ਉੱਤੇ ਅਪਰੋਚ ਕਰਨਾ ਹੈ। ਸੋ x ਐਂਡ x ਵਿਲ ਕੈਂਸਲ ਆਊਟ, 0 ਦੇ ਨਾਲ 0 ਕੈਂਸਲ ਆਊਟ ਕਰ ਦਿਓ। ਸੋ 60% ਜੋ ਹੈ ਤੁਹਾਡਾ ਆਨਸਰ ਆ ਜਾਏਗਾ। ਸੋ ਫਾਈਨਲ ਆਨਸਰ ਤੁਹਾਡਾ ਇਸ ਕੁਐਸਚਨ ਦਾ ਕੀ ਬਣੇਗਾ, ਦੈਟ ਵਿਲ ਬੀ 60%। ਸੋ 60% ਤੁਹਾਡਾ ਆਨਸਰ ਆ ਜਾਏਗਾ। ਇੱਥੇ ਵੀ ਤੁਸੀਂ ਦੇਖ ਸਕਦੇ ਹੋ। ਤਾਂ ਇਸ ਤਰੀਕੇ ਨਾਲ ਇਹਨਾਂ ਨੇ ਜਿਸ ਤਰੀਕੇ ਨਾਲ ਕੀਤਾ ਹੈ ਮੈਥਡ ਉਹ ਵੀ ਤੁਸੀਂ ਦੇਖ ਸਕਦੇ ਹੋ। ਮੈਂ ਜਿਹੜਾ ਮੈਥਡ ਐਕਸਪਲੇਨ ਕੀਤਾ ਹੈ ਉਹ ਵੀ ਦੇਖ ਸਕਦੇ ਹੋ। ਮੈਂ ਬੁੱਕ ਦੇ ਅਕੋਰਡਿੰਗ ਕਈ ਵਾਰੀ ਨਹੀਂ ਐਕਸਪਲੇਨ ਕਰਦਾ, ਮੈਂ ਆਪਣੇ ਮੈਥਡ ਦੇ ਨਾਲ ਐਕਸਪਲੇਨ ਕੀਤਾ ਹੋਇਆ ਹੈ। ਸੋ ਇੱਥੇ ਕੀ ਹੈ ਤੁਹਾਡਾ ਆਨਸਰ ਬਣ ਜਾਏਗਾ 60%। ਅਤੇ ਕੁਐਸਚਨ ਨੰਬਰ 6 ਆਪਾਂ ਹੁਣ ਸੋਲਵ ਕਰਕੇ ਹਟੇ ਹਾਂ। ਕੋਈ ਦਿੱਕਤ ਕਿਤੇ ਵੀ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਉਹ ਪੁੱਛ ਸਕਦੇ ਹੋ। ਸੋ ਇਸ ਕੁਐਸਚਨ ਦਾ ਆਨਸਰ ਇੱਥੇ ਆ ਜਾਏਗਾ ਜੀ 60%। ਸੋ 6 ਕੁਐਸਚਨ ਅੱਜ ਆਪਾਂ ਪਰਸੈਂਟੇਜ ਦੇ ਨਾਲ ਰਿਲੇਟਡ ਕੀਤੇ ਨੇ। ਇਸ ਦੇ ਵਿੱਚ ਕੀ ਹੈ, ਹਰ ਕੁਐਸਚਨ ਦੇ ਵਿੱਚ ਥੋੜ੍ਹਾ ਬਹੁਤਾ ਕੋਈ ਪਰਸੈਂਟੇਜ ਦਾ ਰੋਲ ਰਹਿੰਦਾ ਹੈ ਕਿ ਇੰਨੇ % ਆਫ ਦਿਸ ਵਨ, ਇੰਨੇ % ਆਫ ਦਿਸ ਵਨ। ਸੋ 60% ਵਿਲ ਬੀ ਦਾ ਰਾਈਟ ਆਨਸਰ ਫॉर ਦਿਸ ਕੁਐਸਚਨ। ਤਾਂ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਜੀ 60%। ਅਤੇ ਪੁੱਛਿਆ ਆਪਾਂ ਨੂੰ ਇਹ ਸੀਗਾ ਕਿ ਕਿੰਨੀਆਂ ਵੂਮੈਨਸ ਨੇ, ਪਰਸੈਂਟੇਜ ਦੇ ਵਿੱਚ ਦੱਸਣਾ ਹੈ ਕਿੰਨੀਆਂ ਵੂਮੈਨਸ ਨੇ ਜਿਹੜੀਆਂ ਕਿ
ਇੰਜੀਨੀਅਰ नहीं हैं। सो एक बार मैं दोबारा एक्सप्लेन कर रहा क्वेश्चन ਨੂੰ ध्यान देना समझ लो। ਪਹਿਲਾਂ ਆਪਾਂ 100x ਕੀ ਮੰਨ ਲਿਆ, ਟੋਟਲ ਇੰਪਲੋਇਜ਼ ਕਿੰਨੇ ਨੇ 100x। ਸੋ ਉਸ 100x ਦੇ ਵਿੱਚੋਂ ਕੀ ਹੋਇਆ 60% ਜਿਹੜੇ ਨੇ ਉਹ ਇੰਪਲੋਇਜ਼ ਜਿਹੜੇ ਨੇ ਮੈਨ ਨੇ। ਸੋ ਇੱਥੇ ਮੈਂ 60x ਲਿਖ ਲਿਆ, 60% ਇੰਪਲੋਇਜ਼ ਮੈਨ ਨੇ। ਉਸ ਤੋਂ ਬਾਅਦ 40% ਜਿਹੜੇ 40x ਬਚੇਗਾ ਦੈਟ ਵਿਲ ਬੀ ਵੂਮੈਨ। ਇਹ ਜਿਹੜੇ ਬਾਕੀ ਦੇ ਇੰਪਲੋਇਜ਼ ਹੋਣਗੇ ਉਹ ਵੂਮੈਨ ਹੋਣਗੇ। ਉਸ ਤੋਂ ਬਾਅਦ ਆਪਾਂ ਨੂੰ ਇੱਕ ਪਰਸੈਂਟੇਜ ਦਿੱਤੀ ਹੋਈ ਹੈ ਕਿ 66.6% ਕੀ ਨੇ ਇੰਜੀਨੀਅਰ ਜਿਹੜੇ ਨੇ ਉਹ ਮੈਨ ਨੇ, ਅਤੇ ਬਾਕੀ ਜੋ ਪਰਸੈਂਟੇਜ ਬਚੇਗੀ ਦੈਟ ਵਿਲ ਬੀ 33.4। ਤਾਂ ਇੱਥੋਂ ਇਹ ਰੇਸ਼ੋ ਫਾਈਂਡ ਆਊਟ ਕਰ ਲਾਂਗੇ 66 ਅਤੇ 33 ਦੀ। ਇਹ ਰੇਸ਼ੋ ਬਣ ਜਾਏਗੀ 2:1। ਸੋ 2:1 ਇਹ ਕਿਸ ਦੀ ਰੇਸ਼ੋ ਹੈ, ਇੰਜੀਨੀਅਰਸ ਦੀ। ਟੋਟਲ ਨੰਬਰ ਆਫ ਇੰਜੀਨੀਅਰਸ ਕਿੰਨੇ ਨੇ, ਇੱਥੋਂ 20 ਲਿਖਿਆ ਹੋਇਆ ਹੈ ਟੋਟਲ ਇੰਜੀਨੀਅਰਸ ਨੇ। ਸੋ ਟੋਟਲ ਇੰਜੀਨੀਅਰਸ 48% ਆਫ ਦਾ ਇੰਪਲੋਇਜ਼ ਨੇ, ਦੈਟ ਮੀਨਸ 48 ਆਫ ਟੋਟਲ ਅਮਾਊਂਟ ਹੋ ਜਾਏਗਾ। ਸੋ 48x ਕੀ ਨੇ ਟੋਟਲ ਇੰਜੀਨੀਅਰਸ। ਹੁਣ ਰੇਸ਼ੋ ਕਿੰਨੀ ਆਈ 2:1। ਅਗਰ ਮੈਂ ਇਸਨੂੰ ਰੇਸ਼ੋ ਦੇ ਕੰਸੈਪਟ ਨਾਲ ਫਾਈਂਡ ਆਊਟ ਕਰਾਂਗਾ ਤਾਂ ਮੇਰੇ ਕੋਲ ਮੈਨ ਇੰਜੀਨੀਅਰ ਕਿੰਨੇ ਆ ਜਾਣਗੇ 32x ਐਂਡ ਵੂਮੈਨ ਇੰਜੀਨੀਅਰ ਕਿੰਨੇ ਆ ਜਾਣਗੇ 16x। ਹੁਣ ਮੈਂ ਕੀ ਪਤਾ ਕਰਨਾ ਸੀ ਕੁਐਸਚਨ ਦੇ ਵਿੱਚ, ਮੈਂ ਇਹ ਪਤਾ ਕਰਨਾ ਸੀ ਦ ਪਰਸੈਂਟੇਜ ਆਫ ਵੂਮੈਨ ਹੂ ਆਰ ਨਾਟ ਇੰਜੀਨੀਅਰ। ਜਿਹੜੀ ਪਰਸੈਂਟੇਜ ਕਿਹੜੀ ਪਰਸੈਂਟੇਜ ਫਾਈਂਡ ਆਊਟ ਕਰਨੀ ਸੀ, ਜਿਹੜੇ ਵੂਮੈਨਸ ਇੰਜੀਨੀਅਰ ਨਹੀਂ ਹਨ ਉਹ ਪਰਸੈਂਟੇਜ ਫਾਈਂਡ ਆਊਟ ਕਰਨੀ ਸੀ। ਸੋ ਦੈਟ ਆਂਸਰ ਵਿਲ ਬੀ 24x ਬਾਏ 40x ਇੰਟੂ 100। ਕੈਂਸਲੇਸ਼ਨ ਕਰਨ ਤੋਂ ਬਾਅਦ ਤੁਹਾਡੇ ਕੋਲ ਆਂਸਰ ਆ ਜਾਏਗਾ ਜੀ 60%। ਆਈ ਹੋਪ ਕੁਐਸਚਨ ਨੂੰ ਇੱਕ ਵਾਰੀ ਤੁਸੀਂ ਜੇਕਰ ਧਿਆਨ ਦੇ ਨਾਲ ਸਮਝੋਗੇ ਤਾਂ ਕੁਐਸਚਨ ਦੇ ਵਿੱਚ ਇੰਨੀ ਦਿੱਕਤ ਨਹੀਂ ਹੈ, ਕੁਐਸਚਨ ਨੂੰ ਤੁਸੀਂ ਈਜ਼ੀਲੀ ਸਮਝ ਸਕਦੇ ਹੋ। ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਹੁਣੇ ਤੁਹਾਡੀ ਸਕਰੀਨ ਦੇ ਉੱਤੇ ਲੈਫਟ ਸਾਈਡ 'ਤੇ ਆਏਗਾ। ਠੀਕ ਹੈ ਜੀ, ਬਿਲਕੁਲ ਨਵੇਂ ਕੁਐਸਚਨ ਪੇਟੀਐਮ ਦੇ ਨਾਲ ਰਿਲੇਟਡ। ਸੋ ਜਿਹੜੇ ਵੀ ਸਟੂਡੈਂਟਸ ਪੇਟੀਐਮ ਯੂਜ਼ ਕਰਦੇ ਨੇ ਇੱਕ ਵਾਰੀ ਕੁਐਸਚਨ ਨੂੰ ਜ਼ਰੂਰ ਟਰਾਈ ਕਰਨ। ਦੇਖਦੇ ਹਾਂ ਮੈਂ ਇਸ ਕੁਐਸਚਨ ਨੂੰ ਕਿਵੇਂ ਦੇਖਦਾ ਹਾਂ ਅਤੇ ਤੁਸੀਂ ਇਸ ਕੁਐਸਚਨ ਨੂੰ ਕਿਵੇਂ ਕਰਦੇ ਹੋ। ਸੋ ਕੁਐਸਚਨ ਸਕਰੀਨ ਦੇ ਉੱਤੇ ਤੁਹਾਡੇ ਆ ਚੁੱਕਾ ਹੈ। ਕੁਐਸਚਨ ਨੂੰ ਸਟਾਰਟ ਕਰਦੇ ਹਾਂ ਵਿਦਾਊਟ ਵੇਸਟਿੰਗ ਐਨੀ ਟਾਈਮ। Initially, Suresh has 200 in his Paytm wallet. Then he increased it by 20%। ਪਹਿਲਾਂ ਉਸਦੇ ਕੋਲ ਕੀ ਹੈ 200 ਰੁਪਏ ਹਨ। Paytm wallet ਦੇ ਵਿੱਚ ਉਸਨੇ ਕੀ ਕੀਤਾ, ਉਸਨੂੰ 20% ਇਨਕਰੀਜ਼ ਕੀਤਾ। ਹੁਣ ਦੇਖੋ 20% ਇਨਕਰੀਜ਼ ਦਾ ਮਤਲਬ ਇਹ ਕਿ 200 ਦੇ ਵਿੱਚ 20% ਐਡ ਕਰੇਗਾ। ਸੋ 200 ਦਾ 20% ਹੋ ਜਾਏਗਾ ਜੀ 40 ਰੁਪਏ। ਸੋ 40 ਰੁਪਏ ਉਹ ਐਡ ਕਰੇਗਾ, ਠੀਕ ਹੈ ਜੀ। ਸੋ ਇਹ ਅਮਾਊਂਟ ਬਣ ਗਈ ਆਪਣੀ 240। ਦੇਖੋ 100 ਦਾ 20% 20 ਰੁਪਏ ਹੁੰਦਾ ਹੈ, 200 ਦਾ 40 ਹੋ ਜਾਏਗਾ। ਕੱਢ ਵੀ ਸਕਦੇ ਹੋ, ਕੈਲਕੂਲੇਟ ਵੀ ਕਰ ਸਕਦੇ ਹੋ 20/100 ਕਰਕੇ ਇੰਟੂ 200 ਕਰਕੇ ਪੂਰਾ ਮੈਥਡ। ਸੋ ਇੱਥੋਂ ਅੱਗੇ ਕੀ ਕਹਿ ਰਿਹਾ ਹੈ, ਵੰਸ ਅਗੇਨ ਹੀ ਇਨਕਰੀਜ਼ਡ ਹਿਜ਼ ਅਮਾਊਂਟ ਬਾਏ 25%। ਫਿਰ 25% ਇਨਕਰੀਜ਼ ਕਰ ਦਿੰਦਾ ਹੈ। ਜਦੋਂ 240 ਦਾ 25% ਮਤਲਬ 1/4 ਹਿੱਸਾ ਉਸਨੇ ਇਨਕਰੀਜ਼ ਕਰਤਾ। ਦੇਖੋ ਇੱਥੋਂ ਮੈਥਡ ਹੁੰਦੇ ਨੇ। ਜੇਕਰ ਮੈਂ 20% ਦੀ ਗੱਲ ਕਰਾਂ ਤਾਂ 20% ਕਿੰਨਾ ਹੋ ਜਾਂਦਾ ਹੈ, 20% ਹੋ ਜਾਂਦਾ ਹੈ 1/5। ਤਾਂ ਇੱਥੋਂ ਮੈਂ 1/5 ਕਰ ਲਾਂਗੇ। ਇੱਥੋਂ ਕਿੰਨਾ ਗਿਆ ਉਹਨੇ 25%। 25% ਦਾ ਮਤਲਬ ਹੁੰਦਾ ਹੈ 1/4। 1/4 ਦਾ ਮਤਲਬ ਇੱਥੋਂ ਕੀ ਹੋ ਗਿਆ ਕਿ ਮੈਂ 60 ਰੁਪਏ ਹੋਰ ਇਨਕਰੀਜ਼ ਕਰਤੇ। 240 ਦੇ ਚੌਥਾ ਹਿੱਸਾ 240 ਦਾ। ਤਾਂ ਹੁਣ ਅਮਾਊਂਟ ਕਿੰਨੀ ਹੋ ਗਈ ਜੀ 300 ਰੁਪਏ। ਹੁਣ ਕਿੰਨੀ ਹੋ ਗਈ ਅਮਾਊਂਟ 300 ਰੁਪਏ। ਅਤੇ ਆਪਾਂ ਨੂੰ ਪੁੱਛਿਆ ਕੀ ਹੈ, ਪੁੱਛਿਆ ਇਹ ਹੈ ਦ ਫਾਈਨਲ ਵੈਲਿਊ ਆਫ ਮਨੀ ਇਜ਼ ਇਨ ਹਿਜ਼ ਵਾਲਟ ਵਿਲ ਬੀ ਹਾਊ ਮੱਚ % ਗ੍ਰੇਟਰ ਦੈਨ ਦਾ ਇਨੀਸ਼ੀਅਲ ਅਮਾਊਂਟ। ਤਾਂ ਕਿੰਨਾ ਹੈ ਉਸ ਦੇ ਵਿੱਚ ਇਨੀਸ਼ੀਅਲ ਅਮਾਊਂਟ ਤੋਂ ਗ੍ਰੇਟਰ ਕਿੰਨੀ ਪਰਸੈਂਟੇਜ ਇਨਕਰੀਜ਼ ਹੋਈ ਹੈ ਟੋਟਲ। ਸੋ ਇੱਥੇ ਦੇਖੋ ਸਿੰਪਲ ਮੈਥਡ ਲੈਂਦੇ ਹਾਂ। ਇੱਥੇ ਦੇਖੋ 300 ਰੁਪਏ ਹੈ, ਹੁਣ ਇਨਕਰੀਜ਼ ਹੋ ਗਏ। ਪਹਿਲਾਂ ਕਿੰਨੇ ਸੀਗੇ 200। ਤਾਂ ਪਰਸੈਂਟੇਜ ਫਾਈਂਡ ਕਰਨ ਲਈ ਕੀ ਕਰੋਗੇ, ਚੇਂਜ ਜਿਹੜੀ ਹੈ ਉੱਪਰ ਆ ਜਾਏਗੀ। ਚੇਂਜ ਮਤਲਬ ਕਿੰਨੀ ਚੇਂਜ ਹੋਈ ਹੈ। ਸੋ ਚੇਂਜ ਹੋਈ ਹੈ ਅਮਾਊਂਟ 100 ਰੁਪੀਜ਼। ਟੋਟਲ ਅਮਾਊਂਟ ਕਿੰਨੀ ਸੀਗੀ ਪਹਿਲਾਂ 200। ਪੁੱਛਿਆ ਕੀ ਹੈ ਦਾ ਫਾਈਨਲ ਵੈਲਿਊ ਆਫ ਮਨੀ ਇਜ਼, ਠੀਕ ਹੈ ਜੀ 100 ਰੁਪੀਜ਼ ਇਨਕਰੀਜ਼ ਹੋਈ ਹੈ 200 ਤੋਂ। ਅਤੇ ਉਸਨੂੰ ਅਗਰ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕਰੋਗੇ ਤਾਂ 50% ਆ ਜਾਏਗਾ। ਮਤਲਬ 50% ਅਮਾਊਂਟ ਜੋ ਹੈ ਉਹ ਇਨਕਰੀਜ਼ ਹੋਈ ਹੈ। 50% ਅਮਾਊਂਟ ਜਿੰਨੀ ਪਹਿਲਾਂ ਅਮਾਊਂਟ ਸੀ ਉਸਦਾ 50%। ਦੇਖੋ 200 ਦਾ 50% ਕਿੰਨਾ ਹੁੰਦਾ ਹੈ 100। ਸੋ 100 ਅਮਾਊਂਟ ਇਨਕਰੀਜ਼ ਹੋਈ ਹੈ। ਸੋ ਆਨਸਰ ਆ ਜਾਏਗਾ ਤੁਹਾਡਾ ਇਸ ਕੁਐਸਚਨ ਦਾ
50% ਅਮਾਊਂਟ ਜੋ ਹੈ ਉਹ ਇਨਕਰੀਜ਼ ਹੋਈ ਹੈ ਐਜ਼ ਕੰਪੇਅਰ ਟੂ ਇਨੀਸ਼ੀਅਲ ਅਮਾਊਂਟ ਇਨ ਦਾ ਵੋਲਟ। ਜਿੰਨੀ ਅਮਾਊਂਟ ਵੋਲਟ ਦੇ ਵਿੱਚ ਇਨੀਸ਼ੀਅਲੀ ਸੀ ਉਸ ਤੋਂ 50% ਇਨਕਰੀਜ਼ ਹੋਈ ਹੈ। ਸੋ ਆਪਸ਼ਨ ਨੰਬਰ ਬੀ ਵਿਲ ਬੀ ਦਾ ਰਾਈਟ ਆਂਸਰ ਫॉर 7th ਕੁਐਸਚਨ। 7th ਕੁਐਸਚਨ ਦੇ ਲਈ ਆਪਸ਼ਨ ਨੰਬਰ ਜੋ ਹੈ ਬੀ ਉਹ ਰਾਈਟ ਆਂਸਰ ਬਣੇਗਾ। ਇੱਥੋਂ ਵੀ ਚੈੱਕ ਕਰ ਸਕਦੇ ਹੋ ਕਿ ਚੇਂਜ ਉੱਪਰ ਆ ਜਾਏਗੀ 300 ਮਾਈਨਸ 200, ਤਾਂ ਇਸ ਮੈਥਡ ਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ। ਬੁੱਕ ਦੇ ਵਿੱਚ ਸਰ ਮੈਥਡ ਦਿੱਤਾ ਹੋਇਆ ਹੈ, ਕੁਐਸਚਨ ਦੇ ਨਾਲ ਹੀ ਸੋਲਿਊਸ਼ਨ ਹੈ, ਅਤੇ ਤੁਸੀਂ ਉਸ ਮੈਥਡ ਨੂੰ ਵੀ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਉਸ ਮੈਥਡ ਨੂੰ ਫੋਲੋ ਕਰਨਾ ਚਾਹੋ। ਇਸ ਤੋਂ ਬਿਨਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ, ਵੀਡੀਓ ਤੋਂ ਯੂਜ਼ਫੁਲ ਤੁਹਾਨੂੰ ਲੱਗੇ ਕਿ ਵੀਡੀਓ ਤੋਂ ਯੂਜ਼ਫੁਲ ਹੈ, ਤਾਂ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਕਰੋ ਜੋ ਕਿ ਪਟਵਾਰੀ ਦੇ ਐਗਜ਼ਾਮ ਦੇ ਲਈ ਪ੍ਰੇਪੇਅਰ ਕਰਨਾ ਸਟਾਰਟ, ਜਿਨ੍ਹਾਂ ਨੇ ਹਜੇ ਕਰਨਾ ਹੈ ਜਾਂ ਕਰ ਚੁੱਕੇ ਨੇ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਸੋ ਨੈਕਸਟ ਕੁਐਸਚਨ ਲੈਫਟ ਹੈਂਡ ਸਾਈਡ ਦੇ ਉੱਤੇ ਸਕਰੀਨ ਦੇ ਉੱਤੇ ਤੁਹਾਡੇ ਆਏਗਾ, ਮਿਸਟਰ ਰਮੇਸ਼ ਗਿਵ 10% of some amount to his wife and 10% of remaining to the hospital expenses and again 10% of the remaining amount to charity. Then he has only rupees 7290 with him. What is the initial sum of money with that person? ਤਾਂ ਉਸ ਪਰਸਨ ਦੇ ਨਾਲ ਇਨੀਸ਼ੀਅਲ ਅਮਾਊਂਟ ਕਿੰਨੀ ਸੀ। ਸੋ ਮੈਂ ਇਸਨੂੰ ਈਜ਼ੀ ਮੈਥਡ ਤੁਹਾਨੂੰ ਦੱਸਦਾ ਹਾਂ। ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਤੁਸੀਂ ਰਮੇਸ਼ ਜੀ ਕੋਲ ਮੰਨ ਲਓ ਪੂਰੀ ਅਮਾਊਂਟ ਸੀ 100x, ਦੈਟ ਅਮਾਊਂਟ ਇਜ਼ ਇਕੁਅਲ ਟੂ 100x। ਜ਼ਿਆਦਾਤਰ ਕੁਐਸਚਨਸ ਨੂੰ ਮੈਂ ਇਸੇ ਤਰੀਕੇ ਨਾਲ ਸੋਲਵ ਕਰਦਾ। ਸੋ 100x ਦੇ ਵਿੱਚੋਂ ਉਸਨੇ ਕੀ ਕੀਤਾ 10% ਆਫ ਸਮ ਅਮਾਊਂਟ ਟੂ ਹਿਜ਼ ਵਾਈਫ, ਤਾਂ ਮਤਲਬ 10% ਕੁਛ ਅਮਾਊਂਟ ਸੀਗੀ ਉਸ ਕੋਲ, ਉਸਦਾ 10% ਆਪਣੀ ਵਾਈਫ ਨੂੰ ਦੇ ਦਿੱਤਾ। ਦੈਟ ਮੀਨਸ ਉਸਨੇ ਆਪਣੀ ਵਾਈਫ ਨੂੰ ਕਿੰਨੇ ਦੇ ਦਿੱਤੇ 10x। 10x ਇੱਥੋਂ 100x ਦਾ 10% ਬਣ ਜਾਏਗਾ 10x, ਤਾਂ ਦੈਟ ਮੀਨਸ ਉਸ ਕੋਲ ਬਾਕੀ ਕਿੰਨੇ ਬਚੇ 90x। ਹਰ ਸਟੈਪ ਨੂੰ ਧਿਆਨ ਦੇ ਨਾਲ ਸਮਝਣਾ ਹੈ ਤਾਂ ਕਿ ਤੁਹਾਨੂੰ ਕੁਐਸਚਨ ਦੇ ਵਿੱਚ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ, ਕਿਉਂਕਿ ਜੇਕਰ ਤੁਸੀਂ ਇੱਕ ਦੋ ਸਟੈਪ ਮਿਸ ਕਰਦੇ ਹੋ ਜਾਂ ਵੀਡੀਓ ਦੇ ਵਿੱਚ ਕੰਸਨਟ੍ਰੇਸ਼ਨ ਦੇ ਨਾਲ ਨਹੀਂ ਦੇਖਦੇ ਫਿਰ ਕੁਐਸਚਨਸ ਦੇ ਵਿੱਚ ਦਿੱਕਤ ਆਏਗੀ। ਸੋ 90x ਅਮਾਊਂਟ ਹੋਗੀ ਜੀ, ਆਪਣੀ ਵਾਈਫ ਨੂੰ ਉਸਨੇ ਦਿੱਤੇ 10x, ਸੋ ਇਹ 10x ਕਿਸ ਨੂੰ ਦਿੱਤੇ ਵਾਈਫ ਨੂੰ। 10% ਆਫ ਇਨੀਸ਼ੀਅਲ ਅਮਾਊਂਟ, ਜਿੰਨੀ ਉਸਦੇ ਕੋਲ ਅਮਾਊਂਟ ਹੈ ਉਸਦਾ 10% ਦਿੱਤਾ। ਦੈਨ ਕੀ ਕਹਿ ਰਿਹਾ ਹੈ, ਦੈਨ ਆਪਾਂ ਨੂੰ ਕਹਿ ਰਿਹਾ ਹੈ ਐਂਡ 10% ਆਫ ਦਾ ਰਿਮੇਨਿੰਗ। ਹੁਣ ਰਿਮੇਨਿੰਗ ਕਿਹੜੀ ਹੈ ਇਹ ਵਾਲੀ, ਇਸ ਦਾ 10% ਕਿੰਨਾ ਬਣੇਗਾ, ਇਸ ਦਾ 10% ਬਣੇਗਾ 9x। ਸੋ ਇਸ ਦਾ 10% ਕਿੱਥੇ ਜਾ ਰਿਹਾ ਹੈ, ਦੇਖੋ 90x ਟੋਟਲ ਬਣਿਆ, 90x ਦਾ 10% ਬਣੇਗਾ 10ਵਾਂ ਹਿੱਸਾ ਇਸ ਦਾ, ਸੋ 9 ਆ ਜਾਏਗਾ। ਸੋ 9x ਜੋ ਹੈ ਉਹ ਕਿਸ ਨੂੰ ਦੇ ਦਿੱਤਾ ਇਹਨਾਂ ਨੇ, ਹੌਸਪੀਟਲ ਨੂੰ, ਹੌਸਪੀਟਲ ਐਕਸਪੈਂਸਿਸ। ਠੀਕ ਹੈ ਜੀ, ਹੌਸਪੀਟਲ ਮੰਨ ਲਓ ਉਸਦੀ ਕੋਈ ਦਵਾਈ ਵਗੈਰਾ ਚੱਲ ਰਹੀ ਹੈ, ਸੋ ਉਸਦੀ 9x ਅਮਾਊਂਟ ਕੀ ਦੇ ਦਿੱਤੀ ਉਸਨੇ ਹੌਸਪੀਟਲ ਨੂੰ ਦੇ ਦਿੱਤੀ। ਤਾਂ ਬਾਕੀ ਕਿੰਨੀ ਬਚੀ, ਬਾਕੀ ਬਚੀ ਜੀ 81, ਕਿਉਂਕਿ ਅੱਗੇ ਵੀ ਆਪਾਂ ਨੂੰ ਰਿਮੇਨਿੰਗ ਦਾ ਹੀ ਦਿੱਤਾ ਹੋਇਆ ਹੈ, ਤਾਂ ਇੱਥੇ ਬਚ ਗਈ 81x। ਉਸ ਤੋਂ ਬਾਅਦ ਆਪਾਂ ਨੂੰ ਕੀ ਕਹਿ ਰਿਹਾ ਹੈ ਐਂਡ 10% ਆਫ ਦਾ ਰਿਮੇਨਿੰਗ ਅਮਾਊਂਟ ਟੂ ਚੈਰਿਟੀ। ਉਹ ਉਸਨੇ ਕੀ ਕਰਤੀ, ਜਿਹੜੀ ਬਾਕੀ ਬਚੀ ਅਮਾਊਂਟ, ਹੁਣ ਬਾਕੀ ਬਚੀ ਅਮਾਊਂਟ ਕਿੰਨੀ ਹੈ 81x। ਸੋ ਜਿਹੜੀ ਬਾਕੀ ਬਚੀ ਅਮਾਊਂਟ ਹੈ ਦੈਟ ਇਜ਼ ਇਕੁਅਲ ਟੂ 81x। ਇਸ ਅਮਾਊਂਟ ਦੇ ਵਿੱਚੋਂ 10% ਕਿੱਥੇ ਦੇ ਦਿੱਤੀ ਚੈਰਿਟੀ ਨੂੰ, ਅਤੇ ਇੱਥੋਂ ਅਗਰ ਆਪਾਂ ਫਾਈਂਡ ਕਰੀਏ ਤਾਂ ਇੱਥੋਂ ਬਣੇਗਾ 8 ਪੁਆਇੰਟ। ਹੁਣ ਪੁਆਇੰਟਾਂ ਦੇ ਵਿੱਚ ਗੱਲ ਆ ਜਾਏਗੀ ਕਿਉਂਕਿ ਇਸ ਦਾ ਆਪਾਂ 10ਵਾਂ ਹਿੱਸਾ ਫਾਈਂਡ ਨਹੀਂ ਕਰ ਸਕਦੇ 81 ਦਾ। ਸੋ ਇੱਥੋਂ ਆ ਜਾਏਗਾ 8.1x ਅਮਾਊਂਟ ਜੋ ਹੈ ਉਹ ਕਿਸ ਨੂੰ ਦੇ ਦਿੱਤੀ ਉਸਨੇ ਚੈਰਿਟੀ ਨੂੰ। ਧਿਆਨ ਦੇ ਨਾਲ ਕੰਸੈਪਟ ਨੂੰ ਸਮਝਦੇ ਰਹਿਣਾ ਹੈ। ਮੈਂ ਹੁਣ ਦੁਬਾਰਾ ਇੱਕ ਵਾਰੀ ਮੈਂਸ਼ਨ ਵੀ ਕਰਾਂਗਾ, ਇੱਥੇ ਦੁਬਾਰਾ ਮੈਂਸ਼ਨ ਕਰਾਂਗਾ ਮੈਂ ਇੱਥੇ। ਦੇਖੋ ਇਹ ਵਾਲੀ ਅਮਾਊਂਟ ਕਿਸ ਨੂੰ ਦਿੱਤੀ ਉਸਨੇ, ਇਹ ਵਾਲੀ ਅਮਾਊਂਟ ਸੀਗੀ ਜਿਹੜੀ ਉਸਨੇ ਵਾਈਫ ਨੂੰ ਦੇ ਦਿੱਤੀ, ਮੈਂ ਇੱਥੇ W ਲਿਖ ਰਿਹਾ ਉੱਪਰ। ਇਹ ਵਾਲੀ ਅਮਾਊਂਟ ਉਸਨੇ ਵਾਈਫ ਨੂੰ ਦੇ ਦਿੱਤੀ, ਤਾਂ ਇਹ ਆਪਣੇ ਕੋਲ ਰਿਮੇਨਿੰਗ ਬਚੀ, ਮੈਂ ਇੱਥੇ ਕੁਛ ਨਹੀਂ ਲਿਖਾਂਗਾ। ਇਹ ਵਾਲੀ ਅਮਾਊਂਟ ਉਸਨੇ ਕਿਸ ਨੂੰ ਦੇ ਦਿੱਤੀ ਜੀ, ਆਈ ਥਿੰਕ ਹੌਸਪੀਟਲ ਨੂੰ ਦਿੱਤੀ, ਅਤੇ ਜੋ ਬਾਕੀ ਬਚੀ ਦੈਟ ਇਜ਼ ਇਕੁਅਲ ਟੂ 81x। ਇਹ ਬਾਕੀ ਬਚੀ ਹੌਸਪੀਟਲ ਨੂੰ ਦੇਣ ਤੋਂ ਬਾਅਦ,
ਤੇ ਹਸਪੀਟਲ ਦੇ ਵਿੱਚੋਂ ਜਿਹੜੀ ਦੇਣ ਤੋਂ ਬਾਅਦ ਬਾਕੀ ਬਚੀ ਉਸਦਾ ਵੀ 10% ਕਿਸ ਨੂੰ ਦੇ ਦਿੱਤਾ ਉਸਨੇ, ਚੈਰਿਟੀ ਨੂੰ। ਸੋ ਮੈਂ ਇੱਥੇ ਚੈਰਿਟੀ ਲਿਖ ਰਿਹਾ, C ਲਿਖ ਰਿਹਾ ਆ। ਸੋ ਇਹ ਵਾਲੀ ਜਿਹੜੀ 8.1x ਹੈ ਉਹ ਕਿਸ ਨੂੰ ਦੇ ਦਿੱਤੀ, ਚੈਰਿਟੀ ਨੂੰ। ਹੁਣ ਇਸ ਤੋਂ ਬਾਅਦ ਉਹ ਕੀ ਕਹਿ ਰਿਹਾ, ਇਸ ਤੋਂ ਬਾਅਦ ਦੇਖੋ ਹੁਣ ਇੱਥੇ ਬਾਕੀ ਅਮਾਊਂਟ ਲਿਖਣਾ, ਮੈਂਸ਼ਨ ਕਰਨਾ ਰਹਿ ਗਿਆ। ਇੱਥੇ ਮੈਂ 81 ਦੇ ਵਿੱਚੋਂ 8.1x ਨੂੰ ਮਾਈਨਸ ਕਰ ਰਿਹਾ, ਕਿਉਂਕਿ ਉਸਨੇ ਐਂਡ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਕਿ ਉਸਦੇ ਕੋਲ ਕਿੰਨੀ ਅਮਾਊਂਟ ਬਾਕੀ ਬਚਦੀ ਹੈ। ਸੋ 81x ਦੇ ਵਿੱਚੋਂ ਜਦੋਂ ਇੰਨੀ ਅਮਾਊਂਟ ਡੋਨੇਟ ਕਰ ਦਾਂਗੇ ਆਪਾਂ, ਤਾਂ ਆਪਣੇ ਕੋਲ ਜਿਹੜੀ ਅਮਾਊਂਟ ਬਚੇਗੀ ਦੈਟ ਵਿਲ ਬੀ 81 ਦੇ ਵਿੱਚੋਂ ਫਿਰ ਬਚੇਗੀ ਆਪਣੇ ਕੋਲ 72.9x, 72.9x। ਦਿਸ ਇਜ਼ ਦਾ ਅਮਾਊਂਟ ਹੀ ਹੈਜ਼ ਲੈਫਟ, ਉਸਦੇ ਕੋਲ ਇੰਨੀ ਅਮਾਊਂਟ ਬਚੇਗੀ। ਹੁਣ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਇਆ ਹੈ, ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਹੈ 7290, ਮਤਲਬ ਇਹ ਜਿਹੜੀ 72.9x ਦੀ ਆਪਾਂ ਗੱਲ ਕਰ ਰਹੇ ਹਾਂ। ਹੁਣ ਤੁਸੀਂ ਇੱਕ ਵਾਰੀ ਦੁਬਾਰਾ ਪਿੱਛੇ ਜਾ ਕੇ ਸਟੈਪ ਦੇ ਵਿੱਚ ਸਾਰੀ ਡਿਟੇਲ ਦੁਬਾਰਾ ਇੱਕ ਵਾਰੀ ਕੁਐਸਚਨ ਦੀ ਚੈੱਕ ਕਰੋ, ਕਿਤੇ ਕੋਈ ਦਿੱਕਤ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਉਹ ਪੁੱਛਣੀ ਹੈ। ਸੋ 72.9x ਦਿਸ ਇਜ਼ ਇਕੁਅਲ ਟੂ 7290, ਠੀਕ ਹੈ ਜੀ, ਇਹ ਆ ਗਈ। ਇਸ ਤੋਂ ਬਾਅਦ ਤੁਸੀਂ ਇੱਥੋਂ x ਫਾਈਂਡ ਆਊਟ ਕਰ ਲਓਗੇ ਤਾਂ x ਤੁਹਾਡਾ ਆ ਜਾਏਗਾ 729 1 ਦਾ 729, ਨਾਲ ਇੱਕ 0 ਆ ਜਾਏਗੀ, ਨਾਲ ਇੱਕ ਹੋਰ 0 ਆ ਜਾਏਗੀ। ਸਰ x ਦੀ ਵੈਲਿਊ ਤੁਹਾਡੇ ਕੋਲ ਆ ਜਾਏਗੀ ਇੱਥੋਂ 100। ਇੱਥੋਂ ਤੱਕ ਕਲੀਅਰ ਕਰ ਲੈਣੀ ਹੈ, ਕਿਤੇ ਵੀ ਕੋਈ ਦਿੱਕਤ ਲੱਗਦੀ ਹੈ ਤੁਸੀਂ ਪੁੱਛਣੀ ਹੈ। ਸੋ x ਦੀ ਵੈਲਿਊ ਆ ਜਾਏਗੀ 100। ਇਸ ਤੋਂ ਬਾਅਦ ਕੀ ਹੈ, ਤੁਸੀਂ ਆਪਾਂ ਨੇ ਇਨੀਸ਼ੀਅਲ ਅਮਾਊਂਟ ਕਿੰਨੀ ਲਈ ਸੀ, ਆਪਾਂ ਲਈ ਸੀ ਇਨੀਸ਼ੀਅਲ ਅਮਾਊਂਟ 100x। ਸੋ 100x ਜੇਕਰ ਆਪਾਂ ਇਨੀਸ਼ੀਅਲ ਅਮਾਊਂਟ ਲਈ ਸੀ ਤਾਂ 100x ਦੀ ਜਗ੍ਹਾ 'ਤੇ 100 ਨੂੰ ਪੁੱਟ ਕਰ ਦਿੰਦੇ ਆ, ਤਾਂ 100 ਇੰਟੂ 100 ਦੈਟ ਮੀਨਸ ਤੁਹਾਡਾ ਆਨਸਰ ਕਿੰਨਾ ਆ ਜਾਏਗਾ 10,000। ਸੋ 10,000 ਦੀ ਅਮਾਊਂਟ ਜੋ ਹੈ ਦੈਟ ਹੀ ਹੈ ਇਨੀਸ਼ੀਅਲੀ ਉਸਦੇ ਕੋਲ ਕਿੰਨੀ ਅਮਾਊਂਟ ਹੋਏਗੀ, 10,000 ਦੀ। ਸੋ ਇਸ ਤਰੀਕੇ ਨਾਲ ਤੁਸੀਂ ਹਰ ਕੁਐਸਚਨ ਨੂੰ ਸਮਝਣਾ ਹੈ ਅੱਛੇ ਤਰੀਕੇ ਨਾਲ। ਕਿਤੇ ਵੀ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀਂ ਉਸ ਕੁਐਸਚਨ ਨੂੰ ਪੁੱਛਣਾ ਹੈ। ਮੇਰੇ ਖਿਆਲ ਨਾਲ ਆਪਣਾ ਇਹ ਕੁਐਸਚਨ ਨੰਬਰ 8 ਆਪਾਂ ਕੀਤਾ ਹੈ ਇਸ ਵੀਡੀਓ ਦੇ ਵਿੱਚ, ਅਤੇ ਆਪਾਂ ਹੁਣ ਅਗਲੇ ਕੁਐਸਚਨ ਦੇ ਉੱਪਰ ਚੱਲਦੇ ਹਾਂ। ਇਸ ਕੁਐਸਚਨ ਦੇ ਵਿੱਚ ਤੁਹਾਨੂੰ ਜੇਕਰ ਕਿਤੇ ਵੀ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਉਹ ਪੁੱਛ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਤੋਂ ਬੈਨੀਫਿਟ ਲੱਗਦਾ ਹੈ ਕੋਈ, ਤਾਂ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਆਪਣੇ ਦੋਸਤਾਂ ਜਿਹੜੇ ਕਿ ਅੱਗੇ ਐਗਜ਼ਾਮ ਦੇ ਲਈ ਪ੍ਰਿਪੇਅਰ ਕਰ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ। ਸੋ ਗੱਲ ਕਰਦੇ ਹਾਂ ਹੁਣ ਨੈਕਸਟ ਕੁਐਸਚਨ ਦੀ। ਸੋ ਨੈਕਸਟ ਕੁਐਸਚਨ ਜੋ ਹੈ ਦੈਟ ਵਿਲ ਬੀ ਸੋ ਇੱਥੋਂ ਆਨਸਰ ਆ ਜਾਏਗਾ ਜੀ ਤੁਹਾਡਾ 10,000, ਤੁਸੀਂ ਦੇਖ ਸਕਦੇ ਹੋ 10,000 ਤੁਹਾਡਾ ਆਨਸਰ ਆ ਜਾਏਗਾ। ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਇਨੀਸ਼ੀਅਲੀ a shopkeeper has X pence. A customer bought 10% of the pens from X and then another customer bought 20% of the remaining pens. After that, one more customer purchased 20% of the 25% of the remaining pens. Finally, shopkeeper is left with 270 pens in his shop. How many pens were initially in his shop? ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਥੋੜ੍ਹਾ ਜਿਹਾ ਕੁਐਸਚਨ ਨੂੰ ਚੇਂਜ ਹੀ ਕਰ ਦੇਣਾ ਹੈ। ਮੈਂ ਇਸ ਕੁਐਸਚਨ ਨੂੰ 100x ਲੈ ਕੇ ਕਰਾਂਗਾ। 100x ਨਾਲ ਕੀ ਹੈ, ਕੁਐਸਚਨ ਥੋੜ੍ਹਾ ਜਿਹਾ ਕਈ ਵਾਰੀ ਈਜ਼ੀ ਹੋ ਜਾਂਦਾ ਹੈ। ਹੋਰ ਕੋਈ ਮੋਟਿਵ ਨਹੀਂ ਹੈ 100x ਲੈਣ ਦਾ। 100x ਲੈਣ ਦੇ ਨਾਲ ਕੀ ਹੁੰਦਾ, ਕਈ ਵਾਰੀ ਕੁਐਸਚਨ ਈਜ਼ੀ ਹੋ ਜਾਂਦਾ ਹੈ। ਸੋ ਉਸਦੇ ਲਈ ਆਪਾਂ ਮੈਥਡ 100x ਵਾਲਾ ਫੋਲੋ ਕਰਾਂਗੇ। ਸੋ ਮੈਂ ਇੱਥੇ ਉਹਨੇ ਕੀ ਕੀਤਾ ਹੋਇਆ, ਸ਼ੌਪਕੀਪਰ ਨੇ ਐਕਸਪੈਂਸ ਕੰਸੀਡਰ ਕੀਤੇ ਹੋਏ ਆ। ਮੈਂ ਇੱਥੋਂ ਕੀ ਕਰਾਂਗਾ 100x। ਧਿਆਨ ਦੇ ਨਾਲ ਸਮਝਦੇ ਰਹਿਣਾ ਹੈ ਸਟੈਪ ਬਾਈ ਸਟੈਪ, ਕਿਉਂਕਿ ਜੇਕਰ ਤੁਸੀਂ ਇੱਥੋਂ ਸਮਝੋਗੇ ਨਹੀਂ ਫਿਰ ਦਿੱਕਤ ਆਏਗੀ। ਸੋ ਮੇਰੇ ਕੋਲ ਕਿੰਨੇ ਪੈਨ ਸੀ 100x। ਪਹਿਲਾ ਕਸਟਮਰ ਆਉਂਦਾ ਹੈ ਮੇਰੇ ਕੋਲ, ਉਹ ਕਿੰਨੇ ਪੈਨ ਲੈਂਦਾ ਹੈ 10% ਆਫ ਦਾ ਪੈਨਸ ਫਰੋਮ ਐਕਸ ਦੀ ਜਗ੍ਹਾ 'ਤੇ ਮੈਂ ਕੀ ਲਿਆ ਸੀ 100x। ਦੈਟ ਮੀਨਸ ਉਸਨੇ ਮੇਰੇ ਕੋਲੋਂ ਕੀ ਲਏ 10% ਪੈਨ ਲੈ ਲਏ। ਦੈਟ ਮੀਨਸ ਉਸਨੇ ਕਿੰਨੇ ਪੈਨ ਲਏ 10x।
उसने मेरे को किन्ने पेन ले ले 10x। बाकी मेरे को किन्ने बचे, दैट इज इक्वल टू 90। बाकी मेरे को बचे 90x। हर स्टैप ਨੂੰ ਧਿਆਨ ਦੇ ਨਾਲ ਸਮਝਦੇ ਰਹਿਣਾ ਹੈ, ਕਿਉਂਕਿ ਪੇਪਰ ਦੇ ਵਿੱਚ ਤੁਸੀਂ ਇਦਾਂ ਹੀ ਜਲਦੀ ਨਾਲ ਕੁਐਸਚਨ ਕਰਨੇ ਨੇ। ਅਗਰ ਤੁਸੀਂ ਲੌਂਗ ਮੈਥਡ ਦੇਖੋਗੇ ਫਿਰ ਤਾਂ ਟਾਈਮ ਕਾਫੀ ਖਰਾਬ ਹੋ ਜਾਏਗਾ। ਸੋ 90x। ਉਸ ਤੋਂ ਬਾਅਦ ਇੱਕ ਕਸਟਮਰ ਦੀ ਗੱਲ ਖਤਮ ਹੋ ਗਈ। ਦੈਨ ਅਨਦਰ ਕਸਟਮਰ ਬੋਟ 20% ਆਫ ਦਾ ਰਿਮੇਨਿੰਗ ਪੈਨਸ। ਤਾਂ ਦੂਸਰਾ ਕਸਟਮਰ ਆਉਂਦਾ ਹੈ, ਉਹ ਕਿੰਨੇ ਲੈਂਦਾ ਹੈ, ਇਸ ਦੇ ਵਿੱਚੋਂ 20% ਆਫ ਦਾ ਰਿਮੇਨਿੰਗ। ਤਾਂ ਉਸਨੇ 9 ਦੂਣੀ 18x। ਸੋ 18x ਪੈਨ ਉਸਨੇ ਲੈ ਲਏ, ਠੀਕ ਹੈ ਜੀ। ਸੋ 18x ਉਸ ਪਰਸਨ ਨੇ ਲੈ ਲਏ ਅਤੇ ਇਸ ਦੀ ਵੈਲਿਊ ਕਿੰਨੀ ਬਾਕੀ ਬਚੀ, 72x। 72x ਪੈਨ ਬਾਕੀ ਬਚੇ ਨੇ। ਉਸ ਤੋਂ ਬਾਅਦ ਕੀ ਕਹਿੰਦਾ ਹੈ ਆਪਾਂ ਨੂੰ, ਉਸ ਤੋਂ ਬਾਅਦ ਕਹਿ ਰਿਹਾ ਹੈ ਆਫਟਰ ਦੈਟ ਵਨ ਮੋਰ ਕਸਟਮਰ ਪਰਚੇਜ਼ਡ 25% ਆਫ ਦਾ ਰਿਮੇਨਿੰਗ। ਹੁਣ ਉਸਨੇ ਕੀ ਕੀਤਾ, ਇੱਕ ਹੋਰ ਕਸਟਮਰ ਆਇਆ, ਉਹਨੇ ਕੀ ਕੀਤਾ, ਇਸ ਦਾ 25% ਪਰਚੇਜ਼ ਕਰ ਲਿਆ। ਤਾਂ ਜਦੋਂ 72 ਦਾ 25% ਮਤਲਬ 72 ਦਾ ਚੌਥਾ ਹਿੱਸਾ, 25% ਹੁੰਦਾ ਹੈ 1/4। ਤਾਂ ਇਸ ਦਾ ਚੌਥਾ ਹਿੱਸਾ 18x ਜੋ ਹੈ ਉਹ ਫਿਰ ਪਰਚੇਜ਼ ਕਰ ਲਿਆ ਗਿਆ ਕਿਸੇ ਦੇ ਦੁਆਰਾ, ਥਰਡ ਕਸਟਮਰ ਨੇ। ਅਤੇ ਐਂਡ ਦੇ ਵਿੱਚ ਆਪਣੇ ਕੋਲ ਕਿੰਨਾ ਬਚਿਆ, ਇੱਥੇ ਆ ਗਿਆ ਜੀ 54। ਸੋ 54x ਇਹ ਆਪਣੇ ਕੋਲ ਇੱਥੇ ਲਾਸਟ ਦੇ ਵਿੱਚ ਬਚੀ ਅਮਾਊਂਟ, ਲਾਸਟ ਦੇ ਵਿੱਚ ਬਚੇ ਨੰਬਰ ਆਫ ਪੈਨਸ ਨੇ। ਹੁਣ ਆਪਾਂ ਨੂੰ ਕੀ ਕਿਹਾ ਹੈ, ਫਾਈਨਲੀ ਸ਼ੌਪਕੀਪਰ ਇਜ਼ ਲੈਫਟ ਵਿਦ 270 ਪੈਨ। ਹੁਣ ਕੁਐਸਚਨ ਦੇ ਵਿੱਚ ਬਿਲਕੁਲ ਖਤਮ ਹੋਣ ਵਾਲੀ ਗੱਲ ਹੈ, ਕੁਐਸਚਨ ਖਤਮ ਹੋ ਚੁੱਕਾ ਹੈ ਤਕਰੀਬਨ। ਲਾਸਟ ਦੇ ਵਿੱਚ ਕੀ ਕਹਿ ਰਿਹਾ ਆਪਾਂ ਨੂੰ ਕਿ 270 ਪੈਨ ਨੇ ਜਿਹੜੇ ਉਹ ਬਾਕੀ ਬਚੇ ਨੇ ਸ਼ੌਪਕੀਪਰ ਦੇ ਕੋਲ। ਤਾਂ 270 ਦਾ ਮਤਲਬ ਇਹ ਹੈ ਕਿ 54x ਨੂੰ ਆਪਾਂ ਇੱਦਾਂ ਮੰਨ ਸਕਦੇ ਹਾਂ ਕਿ 54x ਜੋ ਬਾਕੀ ਪੈਨ ਬਚੇ ਨੇ ਉਹ ਕਿਸ ਦੇ ਇਕੁਅਲ ਨੇ, ਦੈਟ ਇਜ਼ ਇਕੁਅਲ ਟੂ 270। ਤਾਂ ਉਸ ਨੂੰ 270 ਦੇ ਇਕੁਅਲ ਲਿਖ ਲੈਂਦੇ ਹਾਂ। ਸੋ 54x ਇਜ਼ ਇਕੁਅਲ ਟੂ 270। ਇੱਥੋਂ ਆਪਾਂ x ਦੀ ਵੈਲਿਊ ਫਾਈਂਡ ਆਊਟ ਕਰ ਲੈਂਦੇ ਹਾਂ। x ਦੀ ਵੈਲਿਊ ਆਪਣੀ ਆ ਜਾਏਗੀ 5। ਸੋ x ਦੀ ਵੈਲਿਊ ਇੱਥੋਂ ਆਪਣੀ 5 ਆ ਜਾਏਗੀ। ਡੈਟ ਮੀਨਸ x ਦੀ ਵੈਲਿਊ ਜੇਕਰ 5 ਹੈ ਤਾਂ ਉਸਨੇ ਪੁੱਛਿਆ ਕੀ ਹੈ, ਹਾਊ ਮੈਨੀ ਪੈਨਸ ਵਰ ਇਨੀਸ਼ੀਅਲੀ ਇਨ ਦਾ ਸ਼ੌਪ। ਤਾਂ ਸ਼ੌਪ ਦੇ ਵਿੱਚ ਦੇਖੋ 100x ਪੈਨ ਸੀਗੇ ਸਟਾਰਟਿੰਗ ਦੇ ਵਿੱਚ। ਤਾਂ ਮੈਂ 100 ਨੂੰ ਕੀ ਕਰਾਂਗਾ, 100 ਨੂੰ 5 ਦੇ ਨਾਲ ਮਲਟੀਪਲਾਈ ਕਰ ਦਾਂਗਾ ਤਾਂ ਮੇਰਾ ਆਨਸਰ ਆ ਜਾਏਗਾ 500 ਪੈਨਸ। ਤਾਂ 500 ਪੈਨਸ ਜਿਹੜੇ ਨੇ ਉਹ ਇਨੀਸ਼ੀਅਲੀ ਸ਼ੌਪ ਦੇ ਵਿੱਚ ਬਣ ਜਾਣਗੇ। ਸੋ 500 ਵਿਲ ਬੀ ਦਾ ਰਾਈਟ ਆਨਸਰ ਫॉर ਦਿਸ ਕੁਐਸਚਨ। ਤਾਂ ਇਸ ਕੁਐਸਚਨ ਦੇ ਲਈ ਬਣ ਜਾਏਗਾ 500 ਜਿਹੜਾ ਰਾਈਟ ਆਨਸਰ। ਕੋਈ ਦਿੱਕਤ ਕਿਤੇ ਵੀ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਲੱਗਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਕੁਐਸਚਨ ਨੰਬਰ 9 ਆਪਾਂ ਕਰਕੇ ਹਟੇ ਹਾਂ, 2-3 ਕੁਐਸਚਨ ਹੋਰ ਕਰਾਂਗੇ, ਉਸ ਤੋਂ ਬਾਅਦ ਵੀਡੀਓ ਨੂੰ ਖਤਮ ਕਰਾਂਗੇ ਅੱਜ ਦੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਕੀ ਹੈ, ਦਾ ਕੋਸਟ ਆਫ packaging of an orange is 20% of the cost of fresh oranges themselves. The cost of oranges is increased by 30%, but the cost of packaging is decreased by 50%. Then the percentage change of the cost of packed oranges if the cost of packed oranges is equal to the sum of cost of fresh oranges and cost of packaging। ਸੋ ਇਦਾਂ ਦਾ ਕੁਝ ਦਿੱਤਾ ਹੋਇਆ ਹੈ, ਕਾਫੀ ਕੰਪਲੈਕਸ ਜੀ ਸਟੇਟਮੈਂਟ ਲੱਗੀ। ਇੱਕ ਵਾਰੀ ਦੁਬਾਰਾ ਰੀਡ ਕਰਦੇ ਹਾਂ। ਕਹਿ ਕੀ ਰਿਹਾ ਹੈ, ਦਾ ਕੋਸਟ ਆਫ ਪੈਕੇਜਿੰਗ ਆਫ ਐਨ packaging of the oranges is 20% of the cost of fresh oranges themselves। ठीक है जी। the cost of oranges is increased by 30%, but the cost of packaging decreased by 50%. then the percentage change in the cost of packed oranges। ਨਾਲ ਇੱਕ ਕੰਡੀਸ਼ਨ ਗਿਵਨ ਹੈ, ਪਰ ਚਲੋ ਇਹ ਤਾਂ ਚੀਜ਼ ਪਤਾ ਕਰਨੀ ਆਪਾਂ। if the cost of packed oranges is equal to the sum of fresh oranges and cost of packaging। ਸੋ ਦੇਖਦੇ ਹਾਂ ਕੁਐਸਚਨ ਨੂੰ ਕਿਵੇਂ ਕਰਨਾ ਹੈ।
ਕੋਸਟ ਆਫ ਪੈਕੇਜਿੰਗ ਇਹ ਤਾਂ ਆਪਾਂ ਨੂੰ ਕੰਡੀਸ਼ਨ ਹੀ ਵੈਸੇ ਹੀ ਦਿੱਤਾ ਹੋਇਆ ਹੈ ਕਿ ਦੇਖੋ ਇੱਥੇ ਕੋਈ ਕੰਡੀਸ਼ਨ ਨਹੀਂ ਹੈ, ਇਹ ਤਾਂ ਆਪਾਂ ਨੂੰ ਵੈਸੇ ਦਿੱਤਾ ਹੋਇਆ ਹੈ ਕਿ ਕੋਸਟ ਆਫ ਪੈਕਡ ਔਰੇਂਜਸ ਕਿਸ ਦੇ ਇਕੁਅਲ ਹੈ, ਸਮ ਆਫ ਫਰੈਸ਼ ਔਰੇਂਜਸ ਐਂਡ ਕੋਸਟ ਆਫ ਪੈਕੇਜਿੰਗ। ਉਹ ਤਾਂ ਪਤਾ ਹੀ ਹੈ, ਦੇਖੋ ਜੇ ਕੋਈ ਚੀਜ਼ ਪੈਕ ਕਰਕੇ ਦੇਵਾਂਗੇ ਤਾਂ ਉਸ ਦੇ ਵਿੱਚ ਜਿਹੜੀ ਚੀਜ਼ ਹੋਏਗੀ ਉਸ ਦੀ ਅਮਾਊਂਟ ਆਏਗੀ ਅਤੇ ਪੈਕਿੰਗ ਦੀ ਅਮਾਊਂਟ ਆਏਗੀ। ਤਾਂ ਇੱਥੋਂ ਕੀ ਕਰਦੇ ਹਾਂ, ਇੱਥੋਂ ਆਪਾਂ ਸਿੰਪਲ ਮੈਥਡ ਇੱਕ ਲੈਂਦੇ ਹਾਂ, ਫਿਰ ਦੇਖਦੇ ਹਾਂ ਉਸ ਦੇ ਨਾਲ ਆਪਾਂ ਆਨਸਰ 'ਤੇ ਪਹੁੰਚਦੇ ਹਾਂ ਜਾਂ ਨਹੀਂ ਪਹੁੰਚਦੇ। ਮੰਨ ਲਓ ਫਰੈਸ਼ ਔਰੇਂਜਸ ਦੀ ਕੋਸਟ ਹੈ 100 ਫਰੈਸ਼ ਔਰੇਂਜਸ ਦੀ ਕੋਸਟ ਹੈ, ਅਤੇ ਉਸ ਦੇ ਵਿੱਚ ਕੀ ਕਰਤਾ 20% ਕੀ ਹੈ ਪੈਕੇਜਿੰਗ ਦੀ ਵੀ ਉਸ ਦੇ ਵਿੱਚ ਇਨਕਲੂਡ ਹੈ। ਠੀਕ ਹੈ ਜੀ, ਅਗਰ 100 ਔਰੇਂਜਸ ਫਰੈਸ਼ ਔਰੇਂਜਸ ਦੀ ਕੋਸਟ ਹੈ ਤਾਂ ਕੋਸਟ ਆਫ ਪੈਕੇਜਿੰਗ ਕਿੰਨੀ ਹੈ 20% ਆਫ ਦਾ ਕੋਸਟ ਆਫ ਫਰੈਸ਼ ਔਰੇਂਜਸ। ਤਾਂ ਮਤਲਬ ਇੱਥੋਂ ਆਪਾਂ 100 ਲਿਆ ਤਾਂ 100 ਦੇ ਵਿੱਚ 20 ਰੁਪੀਜ਼ ਐਡ ਕਰੋ, ਇਹ ਪੈਕਿੰਗ ਦੀ ਹੋਊਗੀ ਤਾਂ 120 ਬਣ ਗਈ ਤੁਹਾਡੀ ਅਮਾਊਂਟ। ਪਹਿਲਾ ਕੰਸੈਪਟ ਇਹ ਸਮਝ ਕੇ ਦੇਖਦੇ ਹਾਂ ਆਪਾਂ, ਇੱਕ ਵਾਰੀ ਦੇਖਦੇ ਹਾਂ ਕਿਤੇ ਗਲਤੀ ਤਾਂ ਨਹੀਂ ਹੁੰਦੀ। ਸੋ ਇਹ ਅਮਾਊਂਟ ਕਿਹੜੀ ਸੀਗੀ ਜੀ, ਇਹ ਅਮਾਊਂਟ ਸੀਗੀ ਆਪਣੀ ਔਰੇਂਜਸ ਦੀ, 100 ਕੀ ਹੈ ਔਰੇਂਜਸ ਦੀ ਅਮਾਊਂਟ ਹੈ, ਜਿਹੜੀ 20 ਹੈ ਉਹ ਕਿਹੜੀ ਹੈ ਪੈਕਿੰਗ ਦੀ ਅਮਾਊਂਟ ਹੈ। ਹੁਣ ਅਗਲਾ ਅੱਗੇ ਕੀ ਕਿਹਾ ਗਿਆ ਆਪਾਂ ਨੂੰ ਫਰਦਰ ਕੁਐਸਚਨ ਦੇ ਵਿੱਚ, ਕੁਐਸਚਨ ਚੇਂਜ ਹੋ ਗਿਆ ਅੱਗੇ ਕੁਐਸਚਨ ਦੇ ਵਿੱਚ ਕਿਹਾ ਗਿਆ ਦ ਕੋਸਟ ਆਫ ਔਰੇਂਜਸ ਇਜ਼ ਇਨਕਰੀਜ਼ਡ ਬਾਏ 30%। ਤਾਂ ਇਹ ਅਮਾਊਂਟ ਕਿੰਨੀ ਇਨਕਰੀਜ਼ ਹੋ ਗਈ 30%, ਮਤਲਬ ਇਹ ਅਮਾਊਂਟ 100 ਤੋਂ ਕਿੰਨੀ ਹੋ ਗਈ, ਹੁਣ ਕੇਸ ਚੇਂਜ ਹੋ ਗਿਆ, ਇਹ ਚੇਂਜ ਹੋ ਗਈ 130। ਬਟ ਦ ਕੋਸਟ ਆਫ ਪੈਕੇਜਿੰਗ ਇਜ਼ ਡਿਕਰੀਜ਼ਡ ਬਾਈ 50%। ਕੋਸਟ ਇੱਥੋਂ 50% ਡਿਕਰੀਜ਼ ਹੋ ਗਈ, ਮਤਲਬ ਪਹਿਲਾਂ 20 ਸੀਗੀ ਹੁਣ 50% ਡਿਕਰੀਜ਼ ਕੋਸਟ ਹੋ ਗਈ, ਦੈਟ ਮੀਨਸ ਹੁਣ ਕਿੰਨੀ ਰਹਿ ਗਈ 10। ਸੋ ਹੁਣ ਕੋਸਟ ਟੋਟਲ ਪ੍ਰਾਈਸ ਹੋ ਗਿਆ ਜੀ 140। ਇੱਥੋਂ ਚੀਜ਼ ਸਮਝ ਲੈਣੀ ਹੈ ਚੰਗੀ ਤਰੀਕੇ ਨਾਲ, ਕਿਤੇ ਕੋਈ ਗਲਤੀ ਲੱਗਦੀ ਹੈ ਤਾਂ ਤੁਸੀਂ ਦੱਸਣੀ ਹੈ। ਪਹਿਲਾਂ 100 ਅਮਾਊਂਟ ਸੀਗੀ, 100 ਦੇ ਵਿੱਚ 20% ਅਮਾਊਂਟ ਜਿਹੜੀ ਪੈਕਿੰਗ ਦੀ ਹੈ, ਸੋ ਇਹ 120 ਬਣ ਗਿਆ। ਉਸ ਤੋਂ ਬਾਅਦ ਉਸਨੇ ਕਿਹਾ 30% ਔਰੇਂਜਸ ਦੀ ਪ੍ਰਾਈਸ ਇਨਕਰੀਜ਼ ਹੋ ਗਈ ਤਾਂ 130 ਕੰਸੀਡਰ ਕਰ ਲਿਆ, ਬਟ ਪੈਕਿੰਗ ਦੀ 50% ਡਿਕਰੀਜ਼ ਹੋ ਗਈ, ਸੋ ਇਹ ਬਣ ਗਿਆ 10 ਅਤੇ ਆਨਸਰ ਆ ਗਿਆ 140। ਦੈਨ ਦਾ ਪਰਸੈਂਟੇਜ ਚੇਂਜ ਇਨ ਦਾ ਕੋਸਟ ਆਫ ਪੈਕਡ ਔਰੇਂਜਸ। ਹੁਣ ਦੇਖੋ ਪੈਕ ਔਰੇਂਜਸ ਦੇ ਵਿੱਚ ਪਹਿਲਾਂ ਪੈਕ ਕਰਨ ਦੇ ਕਿੰਨੀ ਕੋਸਟ ਲੱਗ ਰਹੀ ਸੀ 120 ਰੁਪਏ, ਹੁਣ ਕੋਸਟ ਹੋ ਗਈ ਹੈ 140 ਰੁਪਏ। ਦੈਟ ਮੀਨਸ ਕੋਸਟ ਇਨਕਰੀਜ਼ ਹੋਈ ਹੈ, ਉਸਨੇ ਇਹੀ ਚੀਜ਼ ਪੁੱਛੀ ਹੈ ਕਿੰਨੀ ਇਨਕਰੀਜ਼ ਹੋਈ ਹੈ ਪਰਸੈਂਟੇਜ ਦੇ ਵਿੱਚ। ਸੋ 20 ਇਨਕਰੀਜ਼ ਹੋਈ ਹੈ ਜੀ ਉਹ, ਐਂਡ ਇਨਕਰੀਜ਼ ਕਿੱਥੋਂ ਹੋਈ ਹੈ 120 ਤੋਂ। ਚੇਂਜ ਦੇਖੋ ਚੇਂਜ ਕਿੰਨੀ ਹੈ 20, ਅਤੇ ਕਿੱਥੋਂ ਚੇਂਜ ਹੋਈ ਹੈ ਇਨੀਸ਼ੀਅਲ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ CP ਕਹਿ ਦਿੰਦੇ ਹਾਂ ਜਾਂ ਇਨੀਸ਼ੀਅਲ ਕਹਿ ਦਿੰਦੇ ਹਾਂ ਇਨੀਸ਼ੀਅਲ ਕੋਸਟ। ਸੋ ਦੈਟ ਵਾਜ਼ 120। ਅਤੇ ਜੇਕਰ ਪਰਸੈਂਟੇਜ ਫਾਈਂਡ ਆਊਟ ਕਰਨੀ ਹੈ ਤਾਂ ਆਪਾਂ ਨੂੰ 100 ਦੇ ਨਾਲ ਮਲਟੀਪਲਾਈ ਕਰਨਾ ਪਏਗਾ। ਸੋ 20/120 ਇੰਟੂ 100, ਇਸ ਦੇ ਨਾਲ ਤੁਹਾਡਾ ਆਨਸਰ ਆ ਜਾਏਗਾ। ਸੋ 0 ਦੇ ਨਾਲ 0 ਕੈਂਸਲ ਆਊਟ ਕਰ ਦਾਂਗੇ, ਅਤੇ 200/12, ਸੋ 12 ਏਕਮ 12 ਅਤੇ 20 ਇਨਕਰੀਜ਼ ਹੋਈ ਹੈ ਆਈ ਥਿੰਕ ਇੱਥੋਂ 20 ਸੀਗਾ 120। ਸੋ 12 ਏਕਮ 12 ਅਤੇ 80/12 896, ਇੱਕ ਮਿੰਟ 80/12 72। ਸੋ ਇੱਥੋਂ ਪਰਸੈਂਟੇਜ ਬਣੇਗੀ ਤੁਹਾਡੀ, ਪਰਸੈਂਟੇਜ ਬਣੇਗੀ ਜੀ 16.6%। ਸੋ 16.6% ਬਣੇਗੀ। ਦੇਖੋ ਇਹ 1/6 ਬਣ ਜਾਏਗੀ, 1/6 100/6 ਬਣ ਜਾਏਗੀ, ਤਾਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ। ਸੋ 16.66% ਇਸ ਦਾ ਆਨਸਰ ਬਣ ਜਾਏਗਾ ਕਿ ਇੰਨੀ ਇਨਕਰੀਜ਼ ਹੋ ਗਈ ਹੈ ਕੋਸਟ। ਸੋ ਈਜ਼ੀ ਮੈਥਡ ਨਾਲ ਕਰ ਸਕਦੇ ਹੋ, ਇੱਦਾਂ ਹੀ ਇਹਨਾਂ ਨੇ ਦਿੱਤਾ ਹੋਇਆ ਆਈ ਥਿੰਕ, ਉਹਨਾਂ ਨੇ ਵੀ ਇਨੀਸ਼ੀਅਲ ਪੈਕੇਜ 100 ਲਈ ਹੋਈ ਹੈ, ਫਿਰ 120 ਹੋ ਗਈ। ਸੋ ਮੈਥਡ ਉਹੀ ਹੈ, ਬਸ ਥੋੜ੍ਹਾ ਜਿਹਾ ਇਹ ਹੈ ਕਿ ਕੁਐਸਚਨ ਦੀ ਜੋ ਸਟੇਟਮੈਂਟ ਹੈ ਉਹ ਕਾਫੀ ਲੈਂਥੀ ਹੈ, ਅਤੇ ਕਈ ਵਾਰੀ ਇੱਦਾਂ ਲੱਗਦਾ ਹੈ ਕਿ ਸਟੇਟਮੈਂਟ ਦੇ ਅਕੋਰਡਿੰਗ ਪਤਾ ਨਹੀਂ ਕੁਐਸਚਨ ਦੇ ਵਿੱਚ ਮਤਲਬ ਕਿਹੜੀ ਚੀਜ਼ ਪੁੱਛੀ ਹੋਏਗੀ ਜਿਹੜੀ ਇੰਨੀ ਲੰਬੀ ਸਟੇਟਮੈਂਟ ਦਿੱਤੀ ਹੋਈ ਹੈ। ਸੋ ਇਸ ਕਰਕੇ ਕਈ ਵਾਰੀ ਇੱਦਾਂ ਆਪਾਂ ਨੂੰ ਲੱਗਦਾ ਹੈ ਕੁਐਸਚਨ ਨੂੰ ਦੇਖ ਕੇ, ਬਟ ਕਈ ਵਾਰੀ ਕੀ ਹੁੰਦਾ ਕੁਐਸਚਨ ਦੇ ਵਿੱਚ ਈਜ਼ੀ ਹੁੰਦਾ ਕੁਐਸਚਨ। ਸੋ ਆਈ ਥਿੰਕ ਕੁਐਸਚਨ ਨੂੰ ਸਮਝਿਆ ਹੋਏਗਾ। ਕੁਐਸਚਨ ਨੂੰ ਇਹ ਆਈ ਥਿੰਕ ਆਪਣਾ 10ਵਾਂ ਕੁਐਸਚਨ ਸੀ ਅੱਜ ਦੀ ਵੀਡੀਓ ਦਾ, ਅਤੇ ਕੁਐਸਚਨ ਨੂੰ ਤੁਸੀਂ ਅੱਛੇ ਤਰੀਕੇ ਨਾਲ ਸਮਝ ਲੈਣਾ ਹੈ। ਕਿਤੇ ਵੀ ਕੋਈ ਦਿੱਕਤ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਉਸਨੂੰ ਪੁੱਛਣਾ ਹੈ। ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। Cost price of 2 laptops is same. One laptop is sold at 15% profit and the another selling price of another
cost price of two laptops is same. One of the laptop is sold at a profit of 15% and the selling price of another one laptop is 34 more than the first one. The net profit is 20%. What is the cost price of each laptop? ਤਾਂ ਆਪਾਂ ਇਸ ਕੁਐਸਚਨ ਨੂੰ ਹੁਣ ਸੋਲਵ ਕਰਦੇ ਹਾਂ। ਕਹਿ ਰਿਹਾ ਹੈ ਕੋਸਟ ਪ੍ਰਾਈਸ ਦੋ ਲੈਪਟਾਪਸ ਦੀ ਸੇਮ ਹੈ। ਕੋਸਟ ਪ੍ਰਾਈਸ ਦੋ ਲੈਪਟਾਪ ਦੀ ਸੇਮ ਹੈ। ਇੱਕ ਨੂੰ ਪ੍ਰੋਫਿਟ 15% ਤੇ ਸੇਲ ਕੀਤਾ ਤੇ ਦੂਸਰੇ ਨੂੰ ₹3400 ਮੋਰ ਦੈਨ ਫਸਟ ਵਨ। ਤੇ ਟੋਟਲ ਪ੍ਰੋਫਿਟ ਕਿੰਨਾ ਹੋਇਆ? ਨੈਟ ਪ੍ਰੋਫਿਟ 20%। ਸੋ ਕੁਐਸਚਨ ਨੂੰ ਸੋਲਵ ਕਰਦੇ ਹਾਂ, ਸਟਾਰਟ ਕਰਦੇ ਹਾਂ। ਦੇਖੋ ਇੱਥੋਂ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਆਪਾਂ ਇੱਕ ਕੰਮ ਕਰਦੇ ਹਾਂ, ਇਸ ਨੂੰ ਟੋਟਲ ਅਮਾਊਂਟ ਲੈਪਟਾਪ ਦੀ ਮੰਨ ਲੈਂਦੇ ਹਾਂ। ਇੱਕ ਲੈਪਟਾਪ ਦੀ ਕਿੰਨੀ ਕੋਸਟ ਹੈ? 100x। 100x ਇੱਕ ਲੈਪਟਾਪ ਦੀ ਹੈ ਤਾਂ ਦੋ ਲੈਪਟਾਪਸ ਦੀ ਕਿੰਨੀ ਹੋ ਜਾਣਗੀ? 200x। ਠੀਕ ਹੈ ਜੀ। ਇੱਥੋਂ ਆਪਾਂ ਪਹਿਲਾਂ 100 ਹੀ ਲੈ ਲੈਂਦੇ ਹਾਂ। ਠੀਕ ਹੈ ਜੀ। 100x ਐਂਡ 100x। ਹੁਣ ਇੱਥੋਂ ਕੀ ਹੈ ਦੇਖੋ, ਇੱਥੋਂ ਉਹ ਕਹਿ ਰਿਹਾ ਹੈ ਕਿ ਇਸ ਲੈਪਟਾਪ ਨੂੰ ਆਪਾਂ ਵੇਚਿਆ 15% ਪ੍ਰੋਫਿਟ 'ਤੇ। ਠੀਕ ਹੈ ਜੀ। ਮੰਨ ਲਓ ਇੱਥੋਂ ਇਹ ਕੀ ਆ ਗਿਆ ਆਪਣੇ ਕੋਲ? 15% ਪ੍ਰੋਫਿਟ। ਸੋ ਇੱਥੇ ਆਪਾਂ ਲਿਖ ਲਿਆ 15% ਪ੍ਰੋਫਿਟ, ਮਤਲਬ 15x ਪ੍ਰੋਫਿਟ ਹੋ ਗਿਆ ਉਸਨੂੰ। ਅਤੇ ਦੂਸਰੇ ਕੇਸ ਦੇ ਵਿੱਚ ਕੀ ਹੋਇਆ? ਦੂਸਰੇ ਕੇਸ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਨਹੀਂ ਪਤਾ, ਆਪਾਂ ਨੇ ਕੀ ਲੈ ਲਿਆ ਇਸ ਦੇ ਵਿੱਚ? KX ਲੈ ਲੈਂਦੇ ਹਾਂ। ਠੀਕ ਹੈ ਜੀ। ਸੋ ਆਪਾਂ ਨੂੰ ਇੱਥੇ ਪ੍ਰੋਫਿਟ ਨਹੀਂ ਪਤਾ, ਆਪਾਂ KX ਲੈ ਲਿਆ। ਅਤੇ ਕਹਿ ਕੀ ਰਿਹਾ ਹੈ ਕਿ ਦੂਸਰੇ ਲੈਪਟਾਪ ਦੇ ਵਿੱਚ ਕਿੰਨਾ ਪ੍ਰੋਫਿਟ ਜ਼ਿਆਦਾ ਹੋ ਰਿਹਾ ਹੈ? 3400 ਰੁਪਏ। ਅੱਛਾ, ਦ ਸੈਲਿੰਗ ਪ੍ਰਾਈਸ ਆਫ ਅਨਦਰ ਵਨ ਲੈਪਟਾਪ ਇਜ਼ 3400 ਮੋਰ ਦੈਨ ਦਾ ਫਸਟ ਵਨ। ਠੀਕ ਹੈ ਜੀ। ਇੱਥੋਂ ਆਪਾਂ KX ਲੈ ਲਿਆ ਤਾਂ ਇੱਥੋਂ ਕੀ ਕਰ ਸਕਦੇ ਹਾਂ? ਇੱਥੋਂ ਆਪਾਂ ਚੈੱਕ ਕਰਦੇ ਹਾਂ ਇਸ ਦੀ ਸੈਲਿੰਗ ਪ੍ਰਾਈਸ ਕਿੰਨਾ। ਇਹ ਆਪਣਾ CP ਹੈ, ਇਹ ਕੀ ਹੈ ਜੀ? ਕੋਸਟ ਪ੍ਰਾਈਸ। ਹੁਣ ਸੈਲਿੰਗ ਪ੍ਰਾਈਸ ਇਸ ਦਾ ਕੀ ਬਣ ਜਾਏਗਾ? 115x। ਇਹ ਬਣ ਜਾਏਗਾ 115x। ਅਤੇ ਦੂਸਰੇ ਦਾ ਬਣ ਜਾਏਗਾ 100 ਪਲੱਸ KX। 100 ਪਲੱਸ K ਇੰਟੂ X। ਬਟ ਇੱਥੋਂ ਆਪਾਂ KX ਠੀਕ ਹੈ। ਇੱਥੋਂ ਆਪਾਂ K ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ। ਦੇਖੋ ਪਹਿਲਾਂ ਆਇਆ 115x, ਇੱਥੇ ਆਇਆ 100 ਪਲੱਸ KX। ਹੁਣ ਆਪਾਂ ਨੂੰ ਕਿਹਾ ਹੋਇਆ ਕੀ ਹੈ ਕਿ ਟੋਟਲ ਪ੍ਰੋਫਿਟ ਕਿੰਨਾ ਹੈ? ਇਫ ਦਾ ਨੈਟ ਪ੍ਰੋਫਿਟ ਇਜ਼ 20%। ਤਾਂ ਨੈਟ ਪ੍ਰੋਫਿਟ ਦੇਖੋ ਇੱਥੋਂ ਵੀ 20 ਆ ਜਾਏਗਾ, ਮਤਲਬ 120x। ਇੱਥੋਂ ਵੀ 120x ਆ ਜਾਏਗਾ। ਮਤਲਬ ਅਗਰ ਮੈਂ ਗੱਲ ਕਰਾਂ ਤਾਂ ਪਹਿਲਾਂ ਧਿਆਨ ਦੇ ਨਾਲ ਸਮਝੋ ਹਰ ਚੀਜ਼ ਨੂੰ। ਇਹ ਮੇਰੇ ਕੋਲ ਕੀ ਆ ਗਈ? ਸੈਲਿੰਗ ਪ੍ਰਾਈਸ। ਅਤੇ ਇਹ ਸੈਲਿੰਗ ਪ੍ਰਾਈਸ ਹੈ ਕਿਸ ਦੇ ਇਕੁਅਲ? ਇਸ ਚੀਜ਼ ਨੂੰ ਦੇਖੋ, ਇਹ ਸੈਲਿੰਗ ਪ੍ਰਾਈਸ ਕਿਸ ਦੇ ਇਕੁਅਲ ਹੈ? 100 ਪਲੱਸ K ਇੰਟੂ X ਹੈ। ਇਹ ਸੈਲਿੰਗ ਪ੍ਰਾਈਸ ਹੈ ਦੂਸਰੇ ਲੈਪਟਾਪ ਦਾ, ਇਹ ਪਹਿਲੇ ਦਾ ਸੈਲਿੰਗ ਪ੍ਰਾਈਸ ਹੋ ਗਿਆ। ਤਾਂ ਇਹ ਟੋਟਲ ਕਿਸ ਦੇ ਇਕੁਅਲ ਆ ਜਾਏਗਾ? ਇਟ ਇਜ਼ ਇਕੁਅਲ ਟੂ 240x। ਹੁਣ 240x ਮੈਂ ਕਿਉਂ ਲਿਖਿਆ? ਕਿਉਂਕਿ ਇੱਥੇ ਕੀ ਹੈ? 240x ਦਾ ਮੀਨਿੰਗ ਇਹ ਹੈ ਕਿ ਉਸਨੇ ਕੀ ਕਿਹਾ ਕਿ ਉਸਨੂੰ 20% ਦਾ ਫਾਇਦਾ ਹੁੰਦਾ ਹੈ ਓਵਰਆਲ। ਤਾਂ ਓਵਰਆਲ ਦੇਖੋ ਇਸ ਦੇ ਉੱਤੇ ਵੀ 20% ਦਾ ਬੈਨੀਫਿਟ ਹੋ ਜਾਏਗਾ। ਮਤਲਬ ਇਹ ਲੈਪਟਾਪ ਵੀ ਕਿੰਨੇ ਦਾ ਵਿਕਣਾ ਚਾਹੀਦਾ ਸੀ? 120x ਦਾ। ਜਾਂ ਇੱਦਾਂ ਕਹਿ ਲਓ ਕਿ ਓਵਰਆਲ ਇਹਨਾਂ ਦੋਨਾਂ ਦਾ ਅਮਾਊਂਟ ਕਿੰਨੀ ਬਣੀ? 200x। 200x ਦੇ ਉੱਪਰ 20% ਦਾ ਪ੍ਰੋਫਿਟ ਹੋਇਆ, ਦੈਟ ਮੀਨਸ ਉਹ ਕਿੰਨੀ ਆ ਜਾਏਗੀ? 240x। ਸੋ ਹੁਣ ਇਸ ਨੂੰ ਇੱਥੋਂ ਸੋਲਵ ਕਰਦੇ ਹਾਂ। ਸੋ 115 ਤੇ ਇੱਥੋਂ 100 ਐਡ ਹੋ ਜਾਏਗਾ। 115 ਤੇ 100 ਹੋ ਜਾਏਗਾ 225। ਸੋ 225x, ਹਰ ਚੀਜ਼ ਨੂੰ ਧਿਆਨ ਦੇਣਾ, ਸਮਝ ਲੈਣਾ ਹੈ। 225x ਪਲੱਸ K ਦੇ ਨਾਲ ਆਪਾਂ ਮਲਟੀਪਲਾਈ ਕਰ ਰਹੇ ਸੀ 100 ਨੂੰ। 225x ਪਲੱਸ K ਇੰਟੂ X ਇਕੁਅਲ ਟੂ ਕਿੰਨਾ ਆਇਆ ਸੀ ਆਪਣਾ? 240x।
ਸੋ ਇੱਥੋਂ ਕੀ ਹੈ, ਤੁਸੀਂ ਕੇ ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹੋ ਈਜ਼ੀਲੀ। ਕੇ ਦੀ ਵੈਲਿਊ ਜੇਕਰ ਜਦੋਂ ਤੁਸੀਂ ਫਾਈਂਡ ਆਊਟ ਕਰੋਗੇ ਤਾਂ ਇੱਥੋਂ ਕੇ ਦੀ ਵੈਲਿਊ ਤੁਹਾਡੀ ਆ ਜਾਏਗੀ 15। ਕੇ ਦੀ ਵੈਲਿਊ ਵੀ ਤੁਹਾਡੀ ਜੋ ਹੈ ਉਹ 15। ਇੱਕ ਮਿੰਟ ਹੋਲਡ ਕਰੋ ਜੀ, ਚੈੱਕ ਕਰਦੇ ਹਾਂ। ਕਿਹੜਾ ਮੈਥਡ ਯੂਜ਼ ਕੀਤਾ ਆਪਾਂ, ਪਹਿਲਾਂ ਆਪਾਂ ਲਿਖਿਆ ਉਹਨੂੰ 100x, ਠੀਕ ਹੈ, ਇੱਥੋਂ 100x ਅਤੇ ਇੱਥੋਂ ਆਪਾਂ ਲੈ ਗਏ ਕਿ ਇਸ ਨੂੰ 15% ਐਕਸਟਰਾ 'ਤੇ ਸੇਲ ਕਰਤਾ, ਠੀਕ ਹੈ। ਇਸ ਦੀ ਕੋਸਟ ਆ ਗਈ 115x ਸੈਲਿੰਗ ਪ੍ਰਾਈਸ। ਦੂਸਰਾ ਮੈਥਡ ਆਪਾਂ ਯੂਜ਼ ਕੀਤਾ ਕਿ ਇੱਥੋਂ ਆਪਾਂ ਲਿਆ 100x ਅਤੇ 100x ਦੇ ਕੋਰਸਪੋਂਡਿੰਗ ਆਪਾਂ ਮੰਨ ਲਿਆ k ਟਾਈਮਸ ਉਸਨੂੰ ਇਨਕਰੀਜ਼ ਕਰਕੇ, ਮਤਲਬ ਕੇ ਲੈ ਲਿਆ ਆਪਾਂ ਕੋਈ ਕੌਂਸਟੈਂਟ, ਜਿੱਦਾਂ ਇੱਥੇ 15% ਸੀਗਾ ਆਪਾਂ k ਲੈ ਲਿਆ। ਸੋ k ਇੰਟੂ 100 + k ਇੰਟੂ x ਲਿਆ ਸੀ, ਠੀਕ ਹੈ। ਇਹ ਵੀ 100 + k ਇੰਟੂ x, ਬਿਲਕੁਲ ਇੱਥੇ ਤਾਂ ਕੋਈ ਗਲਤੀ ਦੀ ਹੈ ਨਹੀਂ ਆਪਣੇ ਕੋਲ ਗੁੰਜਾਇਸ਼। ਤਾਂ ਇਹਨਾਂ ਦੋਨਾਂ ਨੂੰ ਆਪਾਂ, ਇਹਨਾਂ ਦੋਨਾਂ ਦਾ ਸਮ ਕਿਸ 'ਤੇ ਇਕੁਅਲ ਕਰ ਸਕਦੇ ਹਾਂ, ਇਹਨਾਂ ਦੋਨਾਂ ਦਾ ਸਮ 240x ਦੇ ਇਕੁਅਲ ਕੀਤਾ ਸੀਗਾ ਜੀ, ਬਿਲਕੁਲ ਠੀਕ ਹੈ। ਇੱਥੋਂ ਤਾਂ ਕੋਈ ਦਿੱਕਤ ਲੱਗ ਨਹੀਂ ਰਹੀ ਮੈਨੂੰ। 240x, ਅੱਛਾ ਗਲਤੀ ਕਿੱਥੇ ਹੋਈ ਆ, ਆਪਾਂ 115 ਦੇ ਵਿੱਚ ਜਦੋਂ 100 ਐਡ ਕੀਤਾ ਹੈ ਤਾਂ ਆਪਾਂ 225 ਲਿਖਤਾ ਉਸਨੂੰ, ਸੋ 215 ਬਣੇਗਾ, ਠੀਕ ਹੈ ਜੀ। ਧਿਆਨ ਰੱਖੋ 115 ਦੇ ਵਿੱਚ ਜਦੋਂ ਆਪਾਂ 100 ਨੂੰ ਐਡ ਕੀਤਾ ਸੀ ਲੈਫਟ ਹੈਂਡ ਸਾਈਡ ਦੇ ਉੱਤੇ, ਤਾਂ ਮੈਂ ਇਸਨੂੰ ਅਰੇਜ਼ ਕਰ ਰਿਹਾ ਹੁਣ। 115 ਦੇ ਵਿੱਚ 100 ਐਡ ਕਰਨਾ ਸੀ ਤਾਂ ਉਹ 215 ਬਣਨਾ ਸੀ, ਠੀਕ ਹੈ ਜੀ। ਇੱਥੇ ਆਏਗਾ 215x, ਕਿਉਂਕਿ ਮੈਥਡ ਤਾਂ ਬਿਲਕੁਲ ਸਹੀ ਸੀ, ਪਲੱਸ kx। ਸੋ ਮੈਂ ਉਹੀ ਦੇਖ ਰਿਹਾ ਸੀ ਕਿ k ਦੀ ਵੈਲਿਊ 15 ਨਹੀਂ ਆ ਸਕਦੀ, k ਦੀ ਵੈਲਿਊ ਡਿਫਰੈਂਟ ਆਣੀ ਸੀਗੀ, k ਦੀ ਵੈਲਿਊ 15 ਤੋਂ ਜ਼ਿਆਦਾ ਆਣੀ ਸੀ। ਸੋ ਦਿਸ ਇਜ਼ ਇਕੁਅਲ ਟੂ 215 + kx, ਇਹ ਕਿਸ ਦੇ ਇਕੁਅਲ ਆ ਗਿਆ 240x ਦੇ, 240x ਦੇ। ਸੋ ਇੰਨੀ ਚੀਜ਼ ਨੂੰ ਤੁਸੀਂ ਕਲੀਅਰ ਕਰ ਲੈਣਾ, x ਕੈਂਸਲ ਆਊਟ ਕਰ ਸਕਦੇ ਹੋ ਹਰ ਸਾਈਡ। ਤਾਂ ਮੈਂ ਇਹੀ ਕਿਹਾ ਸੀ ਕਿ ਇਸ ਇਕੁਏਸ਼ਨ ਤੋਂ ਆਪਾਂ k ਫਾਈਂਡ ਆਊਟ ਕਰ ਲਾਂਗੇ, k ਦੀ ਵੈਲਿਊ ਆ ਜਾਏਗੀ 25, k ਦੀ ਵੈਲਿਊ ਇੱਥੋਂ ਆ ਜਾਏਗੀ 25, ਬਿਲਕੁਲ ਸਹੀ ਵੈਲਿਊ ਆਏਗੀ, ਹੁਣ ਇਹ ਸਹੀ ਵੈਲਿਊ ਆਈ ਹੋਏਗੀ। ਸੋ ਪੁੱਛਿਆ ਕੀ ਹੈ ਆਪਾਂ ਨੂੰ, ਕੋਸਟ, ਵਾਟ ਇਜ਼ ਦਾ ਕੋਸਟ ਪ੍ਰਾਈਸ ਆਫ ਈਚ ਲੈਪਟਾਪ, ਬਟ ਇੱਥੋਂ ਆਪਾਂ ਨੂੰ x ਦੀ ਵੈਲਿਊ ਤਾਂ ਨਹੀਂ ਮਿਲੀ। ਸੋ k ਦੀ ਵੈਲਿਊ ਜ਼ਰੂਰ ਮਿਲ ਗਈ, ਬਟ ਆਪਾਂ ਨੂੰ x ਦੀ ਵੈਲਿਊ ਨਹੀਂ ਮਿਲ ਪਾਈ। ਹੁਣ ਆਪਾਂ ਇਸ ਨੂੰ ਕਿਵੇਂ ਕਰਾਂਗੇ ਅੱਗੇ ਦੇਖਦੇ ਹਾਂ। k ਦੀ ਵੈਲਿਊ ਆਪਣੇ ਕੋਲ 25 ਆ ਗਈ। ਹੁਣ ਆਪਾਂ ਨੂੰ ਕੀ ਕਹਿ ਰਿਹਾ ਹੈ, ਦੇਖੋ ਆਪਾਂ ਨੂੰ ਪਹਿਲੇ ਲੈਪਟਾਪ ਦੀ ਕੋਸਟ ਲਈ ਸੀ 100x। ਪਹਿਲੇ ਦੇਖੋ ਕਈ ਵਾਰੀ ਕੀ ਹੁੰਦਾ, ਮੈਥਡ ਥੋੜ੍ਹਾ ਕੰਪਲੈਕਸ ਹੋ ਜਾਂਦਾ, ਬਟ ਅਗਰ ਪੇਪਰ ਦੇ ਵਿੱਚ ਆਉਂਦਾ ਹੈ ਤਾਂ ਇਸ ਮੈਥਡ ਨਾਲ ਤੁਹਾਨੂੰ ਈਜ਼ੀ ਰਹੇਗਾ। ਜਿਹੜਾ ਇਹਨਾਂ ਨੇ ਮੈਥਡ ਯੂਜ਼ ਕੀਤਾ ਹੈ ਉਸ ਨੂੰ ਵੀ ਫੋਲੋ ਕਰ ਸਕਦੇ ਹੋ, ਬਟ ਮੈਂ ਥੋੜ੍ਹਾ ਜਿਹਾ ਪ੍ਰੈਫਰ ਆਪਣੇ ਮੈਥਡ ਕਰਦਾ ਹੁੰਦਾ, ਤਾਂ ਕਰਕੇ ਥੋੜ੍ਹਾ ਜਿਹਾ ਮੈਂ ਇਹੀ ਕਹਾਂਗਾ ਕੁਐਸਚਨ ਨੂੰ ਇੱਕ ਵਾਰੀ ਧਿਆਨ ਦੇ ਨਾਲ ਸਮਝ ਲੈਣਾ। ਇਸ ਦੀ ਕੋਸਟ ਬਣ ਗਈ ਜੀ 115x, ਇਸ ਦੀ ਕੋਸਟ ਬਣ ਗਈ 115, ਇਸ ਦੀ ਕੋਸਟ ਬਣ ਗਈ 125। ਸੋ ਗੱਲ ਥੋੜ੍ਹੇ ਜਿਹੇ ਸਟੈਪ ਦੀ ਸੀਗੀ, ਸੋ ਉਸ ਸਟੈਪ ਦੀ ਥੋੜ੍ਹੀ ਜਿਹੀ ਗਲਤੀ ਕਰਕੇ ਇਸ ਦੀ ਕੋਸਟ ਹੋ ਗਈ 125। ਇਹਨਾਂ ਦੋਨਾਂ ਦਾ ਡਿਫਰੈਂਸ ਕਿੰਨਾ ਹੈ, ਇਹਨਾਂ ਦੋਨਾਂ ਦਾ ਡਿਫਰੈਂਸ ਆਇਆ ਜੀ 10x, ਅਤੇ ਉਹ 10x ਕਿਸ ਦੇ ਬਰਾਬਰ ਆ ਗਿਆ 3400। ਸੋ x ਦੀ ਵੈਲਿਊ ਉੱਥੋਂ ਫਾਈਂਡ ਆਊਟ ਕਰ ਸਕਦੇ ਹੋ, x ਦੀ ਵੈਲਿਊ ਆ ਗਈ ਤੁਹਾਡੀ ਇੱਥੋਂ 3400 ਆ ਜਾਏਗੀ, 10x ਦੀ ਵੈਲਿਊ 3400, ਅਤੇ x ਦੀ ਵੈਲਿਊ ਜੇਕਰ ਗੱਲ ਕਰੋਗੇ ਤਾਂ x ਦੀ ਵੈਲਿਊ ਆ ਜਾਏਗੀ 340। ਸੋ x ਦੀ ਵੈਲਿਊ 340, ਅਤੇ ਜੇਕਰ ਇੱਕ ਉਸ ਦੀ x ਦੀ ਵੈਲਿਊ 340 ਹੈ ਤਾਂ ਇੱਕ ਲੈਪਟਾਪ ਦੀ ਵੈਲਿਊ ਦੇਖੋ, ਕੋਸਟ ਪ੍ਰਾਈਸ ਕਿੰਨੀ ਹੈ 100x, ਤਾਂ 100x ਤੋਂ ਤੁਹਾਡਾ ਆਨਸਰ ਬਣ ਜਾਏਗਾ 34,000। ਹੁਣ ਪੁੱਛਿਆ ਕੀ ਹੈ, ਵਾਟ ਇਜ਼ ਦਾ ਕੋਸਟ ਪ੍ਰਾਈਸ ਆਫ ਈਚ ਲੈਪਟਾਪ। ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਅਗਰ ਕੋਸਟ ਪ੍ਰਾਈਸ ਆਫ ਬੋਥ ਦਾ ਲੈਪਟਾਪ ਜਾਂ ਪੁੱਛਿਆ ਜਾਂਦਾ 2 ਲੈਪਟਾਪ, ਤਾਂ ਆਨਸਰ ਆਉਂਦਾ 68,000, ਬਟ ਇੱਥੇ ਤੁਹਾਨੂੰ ਪੁੱਛਿਆ ਗਿਆ ਹੈ ਕੋਸਟ ਪ੍ਰਾਈਸ ਆਫ ਈਚ ਲੈਪਟਾਪ, ਤਾਂ ਹਰ ਲੈਪਟਾਪ ਦੀ ਮਤਲਬ ਕੋਸਟ ਪੁੱਛੀ ਗਈ ਹੈ। ਈਚ ਲੈਪਟਾਪ ਮਤਲਬ 2 ਲੈਪਟਾਪ ਸੀਗੇ ਤਾਂ ਇੱਕ ਲੈਪਟਾਪ ਦੀ ਕੋਸਟ ਪੁੱਛੀ ਗਈ ਹੈ, ਤਾਂ ਇੱਕ ਲੈਪਟਾਪ ਦਾ ਕੋਸਟ ਦਾ ਆਨਸਰ ਬਣੇਗਾ ₹34,000। ਤਾਂ 34,000 ਇਸ ਕੁਐਸਚਨ ਦਾ ਰਾਈਟ ਆਨਸਰ
ਬਣੇਗਾ। ਸੋ ਇਹ ਸੀਗਾ ਕੁਐਸਚਨ ਨੰਬਰ 11 ਅੱਜ ਦੀ ਵੀਡੀਓ ਦਾ। ਤੇ ਇੱਕ ਦੋ ਕੁਐਸਚਨ ਹੋਰ ਕਰਦੇ ਹਾਂ। 6:40 ਮਾਰਨਿੰਗ ਦੇ ਹੋ ਚੁੱਕੇ ਨੇ। ਸੋ ਇੱਕ ਦੋ ਕੁਐਸਚਨ ਹੋਰ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਵੀਡੀਓ ਨੂੰ ਫਿਰ ਖ਼ਤਮ ਕਰਾਂਗੇ। ਸੋ 1 ਘੰਟਾ 9 ਮਿੰਟ ਦੀ ਇਹ ਵੀਡੀਓ ਹੋ ਚੁੱਕੀ ਹੈ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤੇ ਨੈਕਸਟ ਕੁਐਸਚਨ ਨੂੰ ਕਰਕੇ ਆਪਾਂ ਵੀਡੀਓ ਨੂੰ ਖ਼ਤਮ ਕਰਾਂਗੇ। ਕਹਿ ਰਿਹਾ ਹੈ ਕਿ ਇਨ ਐਨ ਆਫਿਸ ਦੇयर ਆਰ 40% ਫੀਮੇਲ ਇੰਪਲੋਇਜ਼। ਇੱਕ ਆਫਿਸ ਹੈ, ਉਸਦੇ ਵਿੱਚ 40% ਫੀਮੇਲ ਇੰਪਲੋਇਜ਼ ਨੇ। ਤਾਂ ਇਸ ਟਾਈਪ ਦਾ ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਸੋ ਜੀ ਇਸ ਕੁਐਸਚਨ ਦੀ ਗੱਲ ਕਰਦੇ ਹਾਂ। ਇਨ ਐਨ ਆਫਿਸ 40% ਆਫ ਫੀਮੇਲ ਇੰਪਲੋਇਜ਼। ਤਾਂ ਟੋਟਲ ਇੰਪਲੋਇਜ਼ ਲੈ ਲੈਂਦੇ ਹਾਂ 100। ਦੇਖੋ ਮੈਥਡ ਇੱਕ ਸਮਝ ਲਓ, ਇੱਕ ਮੈਥਡ ਨੂੰ ਸਮਝ ਲੈਂਦੇ ਹੋ ਫਿਰ ਉਨੀ ਦਿੱਕਤ ਨਹੀਂ ਹੁੰਦੀ। ਟੋਟਲ ਇੰਪਲੋਇਜ਼ 100 x, ਉਸ ਦੇ ਵਿੱਚੋਂ ਕੀ ਨੇ 40% ਫੀਮੇਲ ਇੰਪਲੋਇਜ਼ ਨੇ। ਇੱਥੇ ਲਿਖ ਲਿਆ ਆਪਾਂ 40%। 40% ਕਿੰਨਾ ਬਣ ਜਾਏਗਾ 100x ਦਾ 40% ਕੱਢੋਗੇ ਤਾਂ 40x ਆ ਜਾਏਗਾ। ਸੋ 40x ਇੰਪਲੋਇਜ਼ ਕੀ ਨੇ, ਫੀਮੇਲ ਨੇ। 50% ਆਫ ਦਾ ਮੇਲ ਇੰਪਲੋਇਜ਼ ਆਰ ਅੰਡਰ ਗ੍ਰੈਜੂਏਟ ਇੰਪਲੋਇਜ਼। ਤਾਂ ਇੱਥੋਂ ਚਲੇ ਗਏ ਆਪਾਂ ਇਸ ਸਾਈਡ। ਮੇਲ ਇੰਪਲੋਇਜ਼ ਕਿੰਨੇ ਨੇ, ਇਹ ਫੀਮੇਲ ਇੰਪਲੋਇਜ਼ ਨੇ। ਇੱਥੇ ਮੈਂ ਸਰਕਲ ਲਗਾ ਦਿੰਦਾ ਫੀਮੇਲ ਦਾ। ਸੋ ਇਹ ਇੰਪਲੋਇਜ਼ ਫੀਮੇਲ ਨੇ। ਉਸ ਤੋਂ ਬਾਅਦ ਮੇਲ ਇੰਪਲੋਇਜ਼ ਕਿੰਨੇ ਨੇ, ਦੇਖੋ 100 ਦੇ ਵਿੱਚੋਂ 40 ਮੇਲ ਫੀਮੇਲ ਹੋਣਗੇ ਤਾਂ 60 ਜਿਹੜੇ ਨੇ ਉਹ ਮੇਲ ਇੰਪਲੋਇਜ਼ ਹੋਣਗੇ 60x। ਸੋ ਇੱਥੇ ਲਿਖ ਲਿਆ ਜੀ ਆਪਾਂ 60x। ਸੋ ਦਿਸ ਇਜ਼ ਮੇਲ ਇੰਪਲੋਇਜ਼। ਇਸ ਤੋਂ ਬਾਅਦ ਕੀ ਕਹਿ ਰਿਹਾ ਇਹਦਾ, ਟੋਟਲ 50% ਆਫ ਦਾ ਮੇਲ ਇੰਪਲੋਇਜ਼ ਆਰ ਅੰਡਰ ਗ੍ਰੈਜੂਏਟ। ਤਾਂ ਇਹਨਾਂ ਦਾ 50% ਕੱਢ ਲਓ। 50% 60 ਦਾ ਆ ਜਾਏਗਾ 30x। ਸੋ 30x ਜਿਹੜਾ ਹੈ ਉਹ ਕੀ ਨੇ, 30x ਜਿਹੜੇ ਨੇ ਦੈਟ ਆਰ ਅੰਡਰ ਗ੍ਰੈਜੂਏਟ, ਦੈਟ ਆਰ UG। ਤਾਂ ਇੱਥੇ ਲਿਖ ਲੈਂਦੇ ਆ UG। ਤਾਂ ਅੰਡਰ ਗ੍ਰੈਜੂਏਟ ਜਿਹੜੇ ਨੇ ਉਹ ਕਿੰਨੇ ਨੇ 30x। ਅੱਗੇ ਗੱਲ ਕਰਦੇ ਹਾਂ ਤਾਂ ਟੋਟਲ 52% ਇੰਪਲੋਇਜ਼ ਆਰ ਅੰਡਰ ਗ੍ਰੈਜੂਏਟ ਆਊਟ ਆਫ 1800। ਟੋਟਲ ਇੰਪਲੋਇਜ਼ 1800 ਨੇ, ਉਹਨਾਂ ਦੇ ਵਿੱਚੋਂ 52% ਜਿਹੜੇ ਨੇ ਉਹ ਇੰਪਲੋਇਜ਼ ਨੇ ਉਹ ਅੰਡਰ ਗ੍ਰੈਜੂਏਟ ਨੇ। ਹੁਣ ਇੱਥੋਂ ਮੰਨ ਸਕਦੇ ਹਾਂ ਕਿ 52% ਟੋਟਲ ਇੰਪਲੋਇਜ਼ ਜਿਹੜੇ ਸੀ ਉਹ ਅੰਡਰ ਗ੍ਰੈਜੂਏਟ ਸੀਗੇ। 52% ਟੋਟਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਇੱਥੋਂ ਟੋਟਲ 52% ਕੀ ਸੀ, ਅੰਡਰ ਗ੍ਰੈਜੂਏਟ। what is the female employees who are under number of female employees who are under graduate। ਦੇਖੋ ਇੱਥੇ 30% ਆਈ ਰੇਸ਼ੋ। ਸੋ ਇਹ 30% ਜਿਹੜੇ ਨੇ ਉਹ ਮੇਲ ਨੇ, ਇਹ 52% ਟੋਟਲ ਜਿਹੜੇ ਨੇ ਉਹ ਟੋਟਲ ਨੇ। ਦੈਟ ਮੀਨਸ ਇਸ ਦੇ ਵਿੱਚੋਂ ਕਿੰਨੇ ਨੇ, 52% ਦੇ ਵਿੱਚੋਂ ਇੱਦਾਂ ਕਹਿ ਸਕਦੇ ਹਾਂ ਕਿ 30% ਜਿਹੜੇ ਨੇ ਉਹ ਮੇਲ ਇੰਪਲੋਇਜ਼ ਨੇ ਜਿਹੜੇ ਅੰਡਰ ਗ੍ਰੈਜੂਏਟ ਨੇ ਤੇ 22% ਫੀਮੇਲ ਨੇ। ਹੁਣ ਆਪਾਂ ਇਹ ਰੇਸ਼ੋ 30 ਐਂਡ 22 ਯਾਦ ਰੱਖਣੀ ਹੈ। ਟੋਟਲ ਇੰਪਲੋਇਜ਼ ਕਿੰਨੇ ਨੇ, ਦੇਖੋ 52% ਆਫ ਦਾ ਟੋਟਲ। 52% ਆਫ ਦਾ ਟੋਟਲ ਵੀ ਦੇਖਣਾ ਪਏਗਾ ਕਿੰਨਾ ਬਣਦਾ ਹੈ। ਟੋਟਲ ਇਹ 1800 ਦੇ ਵਿੱਚੋਂ ਜੇਕਰ ਗੱਲ ਕੀਤੀ ਜਾਏ ਤਾਂ ਜਾਂ ਇੱਦਾਂ ਕਰ ਸਕਦੇ ਹੋ ਕਿ ਦੇਖੋ ਇਹ 22% ਹੀ ਬਚੇ ਤਾਂ 22% ਕਿਸ ਦੇ ਬਣ ਰਹੇ ਆ, ਇਹ x ਦੇ। ਤੇ ਆਪਾਂ ਨੂੰ 22% x ਆਪਾਂ ਨੂੰ 100x ਹੀ ਤਾਂ ਪਤਾ ਹੈ। ਦੇਖੋ 22% x ਬਣ ਰਿਹਾ ਹੈ, ਉਹ ਕੀ ਹੈ, ਟੋਟਲ ਜੋ ਇੰਪਲੋਇਜ਼ ਨੇ ਉਹਨਾਂ ਦਾ 22% ਬਣ ਰਿਹਾ ਹੈ। ਇੱਥੇ ਤੱਕ ਦੇਖਿਆ ਨਾ ਆਪਾਂ 52। ਤਾਂ ਇਹ ਜਿਹੜੀ ਅਮਾਊਂਟ ਆ ਰਹੀ ਹੈ ਆਪਣੇ ਕੋਲ, ਇੱਥੋਂ ਵੀ ਦੇਖ ਸਕਦੇ ਹੋ ਕਿ 22% ਆਫ x ਆ ਰਹੀ ਹੈ। x ਕੀ ਹੈ, ਟੋਟਲ ਨੰਬਰ ਆਫ ਇੰਪਲੋਇਜ਼ ਦਾ। ਇੱਥੋਂ ਇਹ 22% ਬਣ ਰਿਹਾ ਹੈ। ਸੋ ਇੱਥੋਂ ਕੀ ਹੈ, ਤੁਸੀਂ ਇਸ ਦੇ ਲਈ ਕੀ ਸ਼ਾਰਟਕਟ ਯੂਜ਼ ਕਰੋ, ਤੁਸੀਂ ਇਸ ਦੇ ਲਈ ਕੀ ਸ਼ਾਰਟਕਟ ਯੂਜ਼ ਕਰਨਾ ਹੈ। ਵੈਸੇ ਤਾਂ ਮੈਂ ਤੁਹਾਨੂੰ ਪੂਰਾ ਮੈਥਡ ਐਕਸਪਲੇਨ ਕਰਦਾ ਹਾਂ। ਹੁਣ ਇੱਥੋਂ ਰੁਕ ਜਾਓ ਇੱਕ ਵਾਰੀ। ਪਹਿਲਾਂ ਆਪਾਂ ਕੀ ਕਰਦੇ ਹਾਂ, 1800 ਦੇ ਵਿੱਚ 1800 ਦਾ 52%। ਪਹਿਲਾਂ 30 ਤੇ 22 ਤੱਕ ਕਲੀਅਰ ਕਰੋ, 30x ਐਂਡ 22x। ਇਸ ਤੋਂ ਬਾਅਦ ਇਹ ਰੇਸ਼ੋ ਕੱਢ ਲਓ। 52% ਟੋਟਲ ਇੰਪਲੋਇਜ਼ ਸੀਗੇ ਤਾਂ 52 ਜਦੋਂ 1800 ਦਾ 52% ਕੱਢੋਗੇ ਤਾਂ ਪਹਿਲਾਂ ਤਾਂ ਬਣ ਜਾਏਗਾ 900। 50% ਬਣ ਜਾਏਗਾ 900 ਤੇ 1% ਬਣ ਜਾਏਗਾ 18 ਤੇ 36 ਐਡ ਹੋ ਜਾਏਗਾ। ਮਤਲਬ 936 ਜੋ ਨੇ 936 ਇੰਪਲੋਇਜ਼ ਜੋ ਨੇ ਉਹ 52% ਮਤਲਬ ਉਹ ਅੰਡਰ ਗ੍ਰੈਜੂਏਟ ਆ ਜਾਣਗੇ।
ਇਸ ਚੀਜ਼ ਨੂੰ ਵੀ ਨੋਟ ਕਰੋ ਕਿ ਅੰਡਰ ਗ੍ਰੈਜੂਏਟ ਇੰਪਲੋਇਜ਼ ਦੀ ਕਾਊਂਟਿੰਗ ਕਿੰਨੀ ਹੈ 936। ਹੁਣ ਗੱਲ ਕਰਦੇ ਹਾਂ ਬॉयज़ ਤੇ ਗਰਲਸ ਦੀ। ਬॉयज़ ਤੇ ਗਰਲਸ ਰੇਸ਼ੋ ਕਿੰਨੀ ਆਈ ਸੀ 30:22। ਸੋ 30 ਇੱਥੇ ਆਇਆ ਸੀ, ਇੱਥੇ ਆਇਆ ਸੀ 22 ਤੇ ਆਪਣੇ ਕੋਲ ਹੁਣੇ ਬਣਿਆ ਸੀ 936। ਸੋ 936 ਨੂੰ ਆਪਾਂ ਇੱਥੇ ਲਿਖਦੇ ਹਾਂ। ਆਪਾਂ ਕੀ ਪਤਾ ਕਰਨਾ ਅੰਡਰ ਗ੍ਰੈਜੂਏਟ ਗਰਲ। ਸੋ 936 ਇੱਥੇ ਆਏਗਾ, 936 ਇੱਥੇ ਆਏਗਾ ਜੀ 22 ਤੇ ਇੱਥੇ ਆਏਗਾ 52 ਟੋਟਲ। ਸੋ ਇੱਥੇ ਇਸ ਤਰੀਕੇ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਇੱਥੇ ਆ ਜਾਏਗਾ ਜੀ 11 ਤੇ ਇੱਥੇ ਆ ਜਾਏਗਾ 26 ਤੇ ਇਸ ਤੋਂ ਬਾਅਦ 26 ਦੇ ਨਾਲ ਤੁਸੀਂ ਇਸ ਨੂੰ ਕੈਂਸਲ ਕਰੋ ਤੇ ਤੁਹਾਡਾ ਆਨਸਰ ਬਣ ਜਾਏਗਾ। ਬਿਲਕੁਲ ਤੁਸੀਂ ਟਰਾਈ ਕਰੋਗੇ ਤਾਂ 26 30 78 ਇੱਥੇ ਆ ਜਾਏਗਾ ਜੀ 3 26 30 78 ਤੇ ਪਿੱਛੇ ਆ ਜਾਏਗਾ 156 ਤੇ 26 5 ਹੈ 1 ਮਿੰਟ 26 30 78 156 ਆ ਜਾਏਗਾ ਪਿੱਛੇ ਤਾਂ 26 ਛਿਕਾ 20 ਛਿਕਾ 120 ਛਿਕਮ ਛਿਕਮ 36 ਹਾਂਜੀ ਇੱਥੇ 6 ਆ ਜਾਏਗਾ 36 ਆ ਜਾਏਗਾ 36 ਦੇ ਨਾਲ ਇਹ ਕੈਂਸਲ ਹੋ ਜਾਏਗਾ ਤੇ 36 ਨੂੰ ਜਦੋਂ 11 ਦੇ ਨਾਲ ਗੁਣਾ ਕਰੋਗੇ ਤਾਂ 396 ਤੁਹਾਡਾ ਆਨਸਰ ਬਣ ਜਾਏਗਾ। ਸੋ ਇਸ ਤਰੀਕੇ ਨਾਲ ਤੁਸੀਂ ਲੌਂਗ ਮੈਥਡ ਹੀ ਰੱਖੋ, ਆਪਣਾ ਟ੍ਰੈਡੀਸ਼ਨਲ ਮੈਥਡ ਜਿੱਦਾਂ ਆਪਾਂ ਰੇਸ਼ੋ ਦੇ ਕੁਐਸਚਨ ਕਰ ਰਹੇ ਸੀਗੇ। ਸੋ 396 ਵਿਲ ਬੀ ਦਾ ਰਾਈਟ ਆਨਸਰ। ਤੇ ਜ਼ਿਆਦਾਤਰ ਸ਼ਾਰਟਕਟ ਕਈ ਵਾਰੀ ਕੀ ਨੇ ਉਹ ਕਈ ਵਾਰੀ ਨੁਕਸਾਨ ਕਰਾ ਦਿੰਦੇ ਨੇ। ਸੋ ਬੈਟਰ ਹੈ ਕਿ ਲੌਂਗ ਮੈਥਡ ਰੱਖੋ ਤੇ ਕਨਸੈਪਟ ਨੂੰ ਕਲੀਅਰ ਰੱਖੋ। ਰੇਸ਼ੋ ਜਿਹੜੀ ਬਣ ਜਾਂਦੀ ਹੈ ਉਸ ਰੇਸ਼ੋ ਨੂੰ ਫਰਦਰ ਸੋਲਵ ਕਰ ਲਓ 30:22 ਤੇ ਇਹ ਟੋਟਲ ਨੰਬਰ ਆਫ ਅੰਡਰ ਗ੍ਰੈਜੂਏਟ ਬਣ ਰਹੇ ਸੀਗੇ 396। ਸੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਜਿਹੜੇ ਵੀ ਤੁਹਾਡੇ ਦੋਸਤ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਲਈ। ਹੈਵ ਅ ਨਾਈਸ ਡੇ ਅਹੈਡ। ਟੇਕ ਕੇਅਰ। ਬਾਏ ਬਾਏ। ਨੈਕਸਟ ਵੀਡੀਓ ਦੇ ਵਿੱਚ ਬੱਚੇ ਅਗਲੇ ਪਰਸੈਂਟੇਜ ਦੇ ਕੁਐਸਚਨ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ 12 ਕੁਐਸਚਨ ਕੀਤੇ ਨੇ।